ਹੈਲੋ ਜੀ, ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਨਾਲ ਹੀ ਤੁਹਾਡਾ ਵੈਲਕਮ ਕਰਦੀ ਹਾਂ, ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਸਟਾਕ ਮਾਰਕੀਟ ਐਜੂਕੇਸ਼ਨ ਵੀਡੀਓਜ਼ ਦੇ ਉੱਤੇ। ਤੇ ਅੱਜ ਆਪਾਂ ਗੱਲ ਕਰਦੇ ਹਾਂ ਕੁਝ ਹੋਰ ਸਟਾਕਾਂ ਦੀ। ਅੱਜ ਆਪਾਂ ਦੇਖਾਂਗੇ ਕੁਆਇਨ, ਹੁੱਡ ਐਂਡ ਪੇਪਾਲ। ਸੋ ਇਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਇਹਨਾਂ ਦੇ ਚਾਰਟ ਨੂੰ ਮੈਂ ਰਿਕਾਰਡ ਕੀਤਾ ਹੈ। ਪਿਛਲੇ ਜੋ ਸਾਲ ਦੀ ਜੋ ਪਰਫਾਰਮੈਂਸ ਸੀ ਉਹ ਚਾਰਟ ਦੇ ਉੱਤੇ ਹੀ ਮੈਂ ਤੁਹਾਨੂੰ ਸਿਰਫ ਪ੍ਰਾਈਸ ਮੂਵਮੈਂਟ ਹੀ ਦਿਖਾਵਾਂਗੀ ਤੇ ਥੋੜੀ ਬਹੁਤ ਕੁਛ ਐਕਸਟਰਾ ਇਨਫੋਰਮੇਸ਼ਨ ਅਗਰ ਹੋਈ ਤਾਂ ਨਾਲ ਉਹ ਐਡ ਕਰਦੀ ਜਾਵਾਂਗੀ। ਸੋ ਆਪਾਂ ਦੇਖਦੇ ਹਾਂ ਅੱਗੇ ਇਹਦੇ ਵਿੱਚ ਹੋਰ ਕੀ ਕੁਛ ਹੈ। ਸੋ ਆਪਣੇ ਪਿਛਲੇ ਵੀਡੀਓ ਦੇ ਵਿੱਚ 3 ਸਟਾਕ ਰਹਿ ਗਏ ਸੀ, ਜਿਹਦੇ ਵਿੱਚ ਕੁਆਇਨਬੇਸ ਇੱਕ ਸੀ ਤੇ ਦੂਸਰਾ ਰੋਬਿਨਹੁੱਡ ਸੀ ਤੇ ਪੇਪਾਲ। ਸੋ ਅੱਜ ਮੈਨੂੰ ਲੱਗਾ ਇਹ 3 ਸਟਾਕਸ ਨੂੰ ਰਿਕਾਰਡ ਕਰਨਾ ਚਾਹੀਦਾ ਹੈ, ਉਹਨਾਂ ਦਾ ਚਾਰਟ ਕਿਸ ਤਰ੍ਹਾਂ ਦੀ ਉਹਨਾਂ ਦੀ ਮੂਵਮੈਂਟ ਹੋਈ 2023 ਦੇ ਵਿੱਚ ਤੇ ਹੁਣ ਅੱਗੇ ਕਿਸ ਤਰ੍ਹਾਂ ਦੇ ਕਿਸ ਤਰੀਕੇ ਦੀ ਪਰਫਾਰਮੈਂਸ ਇਹਨਾਂ ਦੀ ਰਹੇਗੀ। ਸੋ ਪਹਿਲੇ ਕੁਆਇਨਬੇਸ ਦੇਖਦੇ ਹਾਂ। ਇਹ ਚਾਰਟ ਵੱਲ ਅਗਰ ਆਪਾਂ ਦੇਖੀਏ ਤਾਂ ਪਿਛਲੇ ਸਾਲ ਦੇ ਸ਼ੁਰੂ ਦੇ ਵਿੱਚ ਚਾਰਟ ਅਗਰ ਮੈਂ ਦੇਖਾਂ ਜਨਵਰੀ ਦਾ, ਇਹ ਸਟਾਕ ਤਕਰੀਬਨ 45-47 ਦੇ ਆਸ-ਪਾਸ ਟਰੇਡ ਕਰ ਰਿਹਾ ਸੀ ਜਦੋਂ ਇਹਨੇ ਸਾਲ ਸ਼ੁਰੂ ਕੀਤਾ ਪਿਛਲਾ। ਸੋ ਉਦੋਂ ਲੱਗ ਰਿਹਾ ਸੀ ਕਿ ਸ਼ਾਇਦ ਇਹ ਰਿਕਵਰ ਨਾ ਕਰੇ ਬਿਕੋਜ਼ ਇਹਦਾ ਬੇਟਾ ਹਾਈ ਹੈ। ਸੋ ਇਹ ਰਿਕਵਰੀ ਫਲਕਚੁਏਸ਼ਨ ਜ਼ਿਆਦਾ ਹੁੰਦੀ ਹੈ, ਇਹਦੇ ਵਿੱਚ ਕੋਈ ਵੀ ਪੋਜ਼ੀਟਿਵ ਅਤੇ ਨੈਗੇਟਿਵ ਨਿਊਜ਼ ਦੇ ਅਕੋਰਡਿੰਗ ਇਹ ਫਲਕਚੁਏਟ ਕਰਦਾ ਹੈ। ਸੋ ਇਸਨੇ ਸ਼ੁਰੂ ਕੀਤਾ $47.55 ਐਂਡ ਅਰਾਊਂਡ। ਤਾਂ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੇ ਇਹ ਥੋੜ੍ਹੇ ਦਿਨਾਂ ਦੇ ਵਿੱਚ, ਇੱਕ ਹਫ਼ਤੇ ਦੇ ਵਿੱਚ ਇਹ 54 ਸਮਥਿੰਗ ਦੇ ਉੱਤੇ ਸੀਗਾ, ਗੁੱਡ ਗੇਨ ਸੀਗਾ। ਤੇ ਉਸ ਤੋਂ ਬਾਅਦ ਮਾਰਚ ਦੇ ਵਿੱਚ, ਬਾਏ ਮਾਰਚ ਇਸ ਦਾ ਆਲਰੇਡੀ 86% ਦਾ ਗੇਨ ਹੋ ਗਿਆ ਸੀ। ਸੋ ਬੜੀ ਅੱਛੀ ਮੂਵਮੈਂਟ ਹੋਈ ਸੀ ਇਹਦੀ। ਤੇ ਮੈਂ ਇਸ ਨੂੰ ਪਿਛਲੇ ਸਾਲ 2022 ਦੇ ਵਿੱਚ ਮੈਂ ਇਸ ਨੂੰ ਬਾਈ ਕੀਤਾ ਸੀ। 21 ਦੇ ਐਂਡ ਜਾਂ 22 ਦੇ ਸ਼ੁਰੂ ਦੇ ਵਿੱਚ ਮੈਂ ਕੀਤਾ ਸੀ। ਮੇਰਾ ਹਾਈ 'ਤੇ ਲਿਆ ਹੋਇਆ ਸੀ। ਸੋ ਮੈਨੂੰ ਹੋਰ ਐਡ ਕਰਨੇ ਪਏ। ਇੱਥੇ ਆ ਕੇ ਮੈਂ ਕੀਤੇ ਸੀ ਐਡ ਤਾਂ ਕਿ ਮੇਰਾ ਜਿਹੜੀ ਐਵਰੇਜ ਹੈ ਉਹਦੀ ਐਵਰੇਜ ਕੋਸਟ ਉਹ ਘੱਟ ਜਾਏ। ਸੋ ਉਸ ਤਰੀਕੇ ਨਾਲ ਹੀ ਹੋਇਆ। ਜਦੋਂ ਇਹ ਅਬਾਊਟ 54 ਤੋਂ ਥੋੜ੍ਹਾ ਪਿੱਛੇ ਸੀ ਉਦੋਂ ਮੈਂ ਇਸ ਨੂੰ ਹੋਰ ਬਾਇੰਗ ਕੀਤੀ ਤਾਂ ਕਿ ਮੈਂ ਪਿਛਲੀ ਪ੍ਰਾਈਸ ਨੂੰ ਐਵਰੇਜ ਕਰ ਪਾਵਾਂ। ਸੋ ਅੱਛੀ ਓਪਰਚੁਨਿਟੀ ਮਿਲੀ ਇੱਥੋਂ। ਸੋ ਬਾਅਦ ਵਿੱਚ ਤੁਸੀਂ ਦੇਖੋ $81 ਜਿੱਥੇ 86% ਦਾ ਗੇਨ ਸੀਗਾ। ਅਗੇਨ ਰੀਅਲੀ ਗੁੱਡ ਗੇਨ 2 ਮੰਥਸ ਦੇ ਵਿੱਚ। ਬਟ ਜਿਸ ਤਰ੍ਹਾਂ ਹੀ ਬੀਟਾ ਹਾਈ ਹੈ ਫਲਕਚੁਏਸ਼ਨ ਜ਼ਿਆਦਾ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ ਕਿਵੇਂ ਫਿਰ ਇਹ ਮੁੜ ਕੇ 56 ਤੇ ਆਇਆ। ਸੋ ਔਨ। ਅਗਰ ਮੈਂ ਉਸ ਤੋਂ ਬਾਅਦ ਜੁਲਾਈ 'ਚ ਇਸਨੇ ਫਿਰ ਇਸ ਤੋਂ ਬਾਅਦ ਨੈਕਸਟ ਹਾਈ ਲਗਾਇਆ ਸੀ 105 ਕੁਛ ਜਾਂ 110 ਤੱਕ ਇਸਨੇ ਲਗਾਇਆ ਸੀ ਜੁਲਾਈ ਦੇ ਵਿੱਚ, ਜਦੋਂ ਸੈਕਿੰਡ ਕੁਆਰਟਰ ਦੇ ਰਿਜ਼ਲਟਸ ਆਉਣੇ ਹੁੰਦੇ ਹਨ। ਉਸ ਦੇ ਦੌਰਾਨ ਇਸਨੇ ਹਾਈ ਲਗਾਇਆ $110 ਦੇ ਉੱਤੇ, ਜਿਹੜਾ ਕਿ ਆਲਰੇਡੀ ਉਸ ਸਾਲ ਦਾ, ਪਿਛਲੇ ਸਾਲ ਦਾ 151% ਦਾ ਗੇਨ ਸੀਗਾ। 152% ਦਾ ਗੇਨ। ਇਮੈਜਨ ਈਵਨ ਦੋ ਇਹ ਬਿਟ ਰਿਸਕੀ ਰਿਹਾ ਸਟਾਕ ਜਦੋਂ ਤੋਂ ਇਹ ਡਿੱਗ ਗਿਆ 21 ਦੇ ਵਿੱਚ, ਬਟ ਸਟਿਲ ਅਗਰ ਤੁਸੀਂ ਅਫੋਰਡ ਕਰ ਸਕਦੇ ਹੋ ਰਿਸਕ ਲੈਣਾ ਤਾਂ ਇਹ ਸਟਾਕ ਬੜਾ ਅੱਛਾ ਸੀਗਾ। ਬਟ ਬਿਕੋਜ਼ ਆਲਰੇਡੀ ਜਿਹੜੀ ਓਵਰਆਲ ਕ੍ਰਿਪਟੋ ਮਾਰਕੀਟ ਡਿੱਗੀ ਹੋਈ ਸੀ, ਸੋ ਇਹਦੇ ਉੱਤੇ ਕਿਉਂਕਿ ਅਗਰ ਕ੍ਰਿਪਟੋ ਇਹ ਐਕਸਚੇਂਜ ਹੈ, ਅਗਰ ਕ੍ਰਿਪਟੋ ਦੀ ਟ੍ਰੇਡਿੰਗ ਹੋਏਗੀ, ਕ੍ਰਿਪਟੋ ਚੱਲੇਗੀ ਤਾਂ ਇਹ ਸਟਾਕ ਚੱਲੇਗਾ ਬਿਕੋਜ਼ ਤਾਂ ਇਹਨਾਂ ਨੂੰ ਰੈਵਨਿਊ ਹੋਏਗੀ ਕੰਪਨੀ ਨੂੰ। ਕੰਪਨੀ ਦਾ ਕੰਪਨੀ ਦਾ ਰੈਵਨਿਊ ਸੋਰਸ ਹੀ ਕ੍ਰਿਪਟੋ ਟ੍ਰੇਡਿੰਗ ਹੈ। ਅਗਰ ਕ੍ਰਿਪਟੋ ਟ੍ਰੇਡਿੰਗ ਨਹੀਂ ਹੁੰਦੀ, ਸਲੋ ਹੈ, ਰਿਟੇਲਰਸ ਉਹਦੇ ਵਿੱਚ ਜ਼ਿਆਦਾ ਨਹੀਂ ਹਨ, ਜ਼ਿਆਦਾ ਬਾਏ ਸੈਲ ਨਹੀਂ ਹੁੰਦੀ ਕ੍ਰਿਪਟੋਜ਼ ਦੀ, ਤਾਂ ਇਸ ਨੂੰ ਰੈਵਨਿਊ ਨਹੀਂ ਹੋ ਸਕਦੀ। ਸੋ ਬਿਕੋਜ਼ ਕ੍ਰਿਪਟੋ ਮਾਰਕੀਟ ਸੀ ਜਿਹੜੀ ਉਹ ਡਾਊਨ ਸੀ, ਠੰਡੀ ਸੀ, ਇਸ ਕਰਕੇ ਇਸ ਸਟਾਕ ਦੇ ਉੱਤੇ ਵੀ ਅਸਰ ਪੈ ਰਿਹਾ ਸੀ ਬਿਕੋਜ਼ ਇਹ ਕੰਪਨੀ ਰੈਵਨਿਊ ਨਹੀਂ ਜਨਰੇਟ ਕਰ ਰਹੀ ਸੀ। ਸੋ ਥੋੜ੍ਹੀ ਪਿਕਅਪ ਹੋਣਾ ਸ਼ੁਰੂ ਹੋਇਆ ਸੀ ਪਿਛਲੇ ਸਾਲ ਕ੍ਰਿਪਟੋ ਦਾ, ਤਾਂ ਇਸ ਦੇ ਨਾਲ ਹੀ ਇਸ ਸਟਾਕ ਨੇ ਪਿਕਅਪ ਕਰਨਾ ਸ਼ੁਰੂ ਕੀਤਾ। ਤੋ ਜਦੋਂ ਇਹਦਾ ਜੁਲਾਈ ਦਾ ਹਾਈ ਆਇਆ ਸੀ ਉਦੋਂ ਵੀ ਇਸ ਦਾ ਕਿਉਂਕਿ ਇਹਦੇ ਆਲਰੇਡੀ 1-2 ਇਸ ਤਰ੍ਹਾਂ ਦੇ ਕੇਸ ਚੱਲ ਰਹੇ ਇਹਦੇ ਸੈਕ ਦੇ ਨਾਲ, ਜਿਹੜਾ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਹੈ ਅਮਰੀਕਾ ਦੇ ਵਿੱਚ, ਉਹਦੇ ਕਰਕੇ ਵੀ ਜਦੋਂ ਕੋਈ ਰਿਜ਼ਲਟ ਦਾ ਪੋਜ਼ੀਟਿਵ ਇੰਡੀਕੇਸ਼ਨ ਆਉਂਦਾ ਹੈ ਕੋਰਟ ਕੇਸ ਦਾ ਜਾਂ ਕੁਛ ਵੀ ਹੁੰਦਾ, ਉਹਦੇ ਨਾਲ ਵੀ ਫਲਕਚੁਏਸ਼ਨ ਹੁੰਦੀ ਹੈ ਇਸ ਦੇ ਸਟਾਕ ਦੇ ਵਿੱਚ ਬਿਕੋਜ਼
ਉਹਦੇ ਨਾਲ ਤੁਹਾਨੂੰ ਪਤਾ ਟਰੇਡਰਸ ਹਨ, ਇਨਵੈਸਟਰਸ ਹਨ ਜਾਂ ਮਾਰਕੀਟ ਹੈ ਉਹ ਐਕਸਾਈਟਡ ਹੁੰਦੀ ਹੈ ਕਿ ਇਹਦੇ ਫੇਵਰ 'ਚ ਕੁਛ ਹੋ ਰਿਹਾ ਹੈ ਜਾਂ ਇਹਦੇ ਫੇਵਰ 'ਚ ਨਹੀਂ ਹੋ ਰਿਹਾ, ਤਾਂ ਉਹ ਥੋੜ੍ਹਾ ਜਿਹਾ ਸੈਲਿੰਗ ਦੇ ਵਿੱਚ ਆ ਜਾਂਦੇ ਹਨ ਕਿ ਪਤਾ ਨਹੀਂ ਹੁਣ ਕੀ ਹੋਏਗਾ। ਸੋ ਇਸ ਤਰੀਕੇ ਨਾਲ ਇਹਦੀ ਜੋ ਸਾਰੀ ਮੂਵਮੈਂਟ ਸਟਾਕ ਦੀ ਚੱਲ ਰਹੀ ਸੀ। ਸੋ ਉਸ ਤੋਂ ਬਾਅਦ ਜੁਲਾਈ ਤੋਂ ਬਾਅਦ ਫਿਰ ਇਸਨੇ ਉਵੇਂ ਜਿਵੇਂ ਮਾਰਕੀਟ ਡਾਊਨ ਆਈ ਅਤੇ ਇਹ ਵੀ ਇਹਦੇ ਨਾਲ ਡਾਊਨ ਆਇਆ ਮਾਰਕੀਟ ਦੇ ਨਾਲ, ਬਿਕੋਜ਼ ਸੈਪਟੰਬਰ ਅਕਤੂਬਰ ਦੇ ਵਿੱਚ ਮਾਰਕੀਟ ਡਾਊਨ ਸੀ ਓਵਰਆਲ। ਬਟ ਐਜ਼ ਕੰਪੇਅਰ ਟੂ ਜਨਵਰੀ ਉਹਨਾਂ ਦੇ ਕੰਪੈਰੇਟਿਵਲੀ ਫਿਰ ਵੀ ਠੀਕ ਸੀਗਾ। ਸੋ ਇਸਨੇ ਉਹਨਾਂ ਦੇ ਨਾਲ 70 ਲੋ ਲਗਾਇਆ ਵਨਸ ਅਗੇਨ, ਇੱਕ ਵਾਰ ਫਿਰ ਤੋਂ ਇਸਨੇ ਅਪਰਚੁਨਿਟੀ ਦਿੱਤੀ ਤੁਹਾਨੂੰ ਕਿ ਬਾਏ ਕਰ ਸਕਦੇ ਸੀ। ਨਾਓ ਉਸ ਤੋਂ ਬਾਅਦ ਇਹ ਉੱਤੇ ਵਧਣਾ ਸ਼ੁਰੂ ਹੋਇਆ ਅਤੇ ਅਗਰ ਆਪਾਂ ਦੇਖੀਏ ਸਪੈਸ਼ਲੀ ਨਵੰਬਰ ਤੋਂ ਲੈ ਕੇ ਦਸੰਬਰ ਤੱਕ ਇੱਕਦਮ ਸ਼ੂਟ ਅਪ ਕੀਤਾ ਇਸਨੇ। ਆਪਾਂ ਦੇਖਦੇ ਹਾਂ ਹੁਣ ਦਸੰਬਰ ਇਸਨੇ ਕਿੱਥੇ ਫਿਨਿਸ਼ ਕੀਤਾ ਸੀ 186 ਦੇ ਉੱਤੇ, ਜਿਹੜਾ ਕਿ ਪਿਛਲੇ ਸਾਲ ਦਾ 323% ਦਾ ਗੇਨ ਰਿਹਾ ਸੀਗਾ। ਇਮੈਜਨ 323% ਦਾ ਇਸਨੇ ਰਿਕਵਰੀ ਕੀਤੀ ਆਪਣੀ ਪਿਛਲੇ ਸਾਲ, ਬਹੁਤ ਅੱਛੀ ਰਿਕਵਰੀ ਕੀਤੀ। ਬਟ ਅਗੇਨ ਬਹੁਤ ਕੁਛ ਹੈ, ਜਿੱਦਾਂ ਹੁਣ ਬਿਟਕੋਇਨ ਦਾ ETF ਹੈ ਉਹਨੂੰ ਅਪਰੂਵਲ ਮਿਲੀ ਹੈ ਸੈਕ ਵੱਲੋਂ, ਸਿਕਿਉਰਿਟੀ ਐਕਸਚੇਂਜ ਕਮਿਸ਼ਨ ਵੱਲੋਂ। ਉਹਦਾ ਵੀ ਟਰੇਡਰਸ ਸੀ ਜਿਹੜੇ ਵੇਟ ਕਰ ਰਹੇ ਸੀ ਕਿ ਕੋਇਨ ਬੇਸ ਦੇ ਉੱਤੇ ਕੀ ਅਸਰ ਪਏਗਾ। ਅਸਰ ਕੀ, ਦੋ ਥਿਊਰੀਜ਼ ਚੱਲ ਰਹੀਆਂ ਹਨ। ਇੱਕ ਦੇ ਵਿੱਚ ਉਹ ਕਹਿੰਦੇ ਹਨ ਕਿ ਅਗਰ ਇਹ ਅਪਰੂਵ ਹੋ ਜਾਂਦਾ, ਜਿਹੜਾ ਕਿ ਹੋ ਚੁੱਕਿਆ ਆਲਰੇਡੀ 2 ਦਿਨ ਪਹਿਲੇ, ਅਗਰ ਅਪਰੂਵ ਹੋ ਜਾਂਦਾ ਤਾਂ ਇਸ ਨੂੰ ਫਾਇਦਾ ਹੋਏਗਾ, ਅਗਰ ਨਹੀਂ ਹੁੰਦਾ ਤਾਂ ਇਸ ਨੂੰ ਨੁਕਸਾਨ ਹੋਏਗਾ। ਬਟ 2 ਤਰ੍ਹਾਂ ਦੇ ਐਨਾਲਿਸਟ ਹਨ ਜਿਹੜੇ ਕਹਿੰਦੇ ਹਨ ਫਾਇਦਾ ਹੋਏਗਾ, ਦੂਸਰੇ ਕਹਿੰਦੇ ਹਨ ਫਾਇਦਾ ਨਹੀਂ ਹੋਏਗਾ। ਬਿਕੋਜ਼ ਜਦੋਂ ਤੁਸੀਂ ETF ਸ਼ੁਰੂ ਹੋ ਗਏ ਬਿਟਕੋਇਨ ਦੇ, ਕੰਪਨੀਜ਼ ETF ਸੈਲ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਜਾਂ ਬਾਏ ਕਰਨਾ ਜੋ, ਤਾਂ ਫਿਰ ਕੋਇਨ ਬੇਸ ਦੇ ਉੱਤੇ ਬਿਟਕੋਇਨ ਦੀ ਟ੍ਰੇਡਿੰਗ ਕਿਵੇਂ ਹੋਏਗੀ। ਬਿਕੋਜ਼ ਆਲਰੇਡੀ ਮੈਨੂੰ ਪਤਾ ਹੈ ਕਿ ਮੈਂ ETF ਦੇ ਥਰੂ ਬਿਟਕੋਇਨ ਦੇ ਵਿੱਚ ਇਨਵੈਸਟਮੈਂਟ ਕਰ ਸਕਦੀ ਹਾਂ, ਤਾਂ ਮੈਂ ਇੱਥੇ ਡਾਇਰੈਕਟ ਇਸ ਨੂੰ ਬਾਏ ਸੈਲ ਜਾਂ ਇਸ ਦੀ ਟ੍ਰੇਡਿੰਗ ਨਹੀਂ ਕਰਾਂਗੀ ਕ੍ਰਿਪਟੋ ਦੀ ਕੋਇਨ ਬੇਸ ਦੇ ਉੱਤੇ। ਸੋ ਥੋੜ੍ਹਾ ਜਿਹਾ ਕੰਪਲੀਕੇਟਡ ਹੋ ਸਕਦਾ ਬਿਕੋਜ਼ ਆਪਾਂ ਇਸ ਟੋਪਿਕ 'ਤੇ ਕਦੀ ਗੱਲ ਨਹੀਂ ਕੀਤੀ, ਬਟ ਕਿਸੇ ਦਿਨ ਕਰਾਂਗੇ। ETF ਦੇ ਉੱਤੇ, ਕ੍ਰਿਪਟੋ ਦੇ ਉੱਤੇ ਵੀ ਕਿਸੇ ਦਿਨ ਗੱਲ ਕਰਾਂਗੇ ਆਪਾਂ। ਬਟ ਫॉर ਨਾਓ ਇਹ ਦੱਸਣਾ ਸੀਗਾ ਕਿ ਜਿਹੜਾ ਇਹ ਰਿਜ਼ਲਟ ਆਇਆ ਹੁਣ ਬਿਟਕੋਇਨ ਦੇ ETF ਦੇ ਅਪਰੂਵਲ ਦਾ, ਉਹਦਾ ਪੋਜ਼ੀਟਿਵ ਓਵਰਆਲ ਦੇਖਿਆ ਜਾ ਰਿਹਾ ਕੋਇਨ ਬੇਸ ਦੇ ਉੱਤੇ। ਬਟ ਹਾਲੇ ਸਟਾਰਟਿੰਗ ਦੇ ਵਿੱਚ ਸੈਲਿੰਗ ਆਈ ਹੋਈ ਹੈ ਮੋਸਟਲੀ, ਤੁਸੀਂ ਦੇਖਿਆ ਹੋਣਾ ਹੈ। ਹੋਰ ਵੀ ਜਿਹੜੇ ਈਵਨ ਕੋਇਨ ਦੇ ਵਿੱਚ ਵੀ ਆਈ, ਬਿਟਕੋਇਨ ਦੇ ਵਿੱਚ ਵੀ ਆਈ ਸੈਲਿੰਗ, ਇੱਕਦਮ ਉੱਤੇ ਗਿਆ ਅਤੇ ਫਿਰ ਹੁਣ ਅੱਜ ਜਿਵੇਂ ਨੀਚੇ ਚੱਲ ਰਿਹਾ ਸੀਗਾ ਥੋੜ੍ਹਾ ਜਿਹਾ। ਤਰੀਕੇ ਨਾਲ ਇੱਕ ਕ੍ਰਿਪਟੋ ਰਿਲੇਟਡ ਜਿਹੜੇ ਸਟਾਕਸ ਹਨ ਉਹ ਵੀ ਪਹਿਲੇ ਐਕਸਾਈਟਮੈਂਟ ਸੀ ਕਿ ਹੁਣ ਉਹਦਾ ਅਪਰੂਵਲ ਹੋ ਜਾਣਾ ਹੈ, ਤਾਂ ਸਾਰੇ ਉੱਤੇ ਵੱਲ ਜਾ ਰਹੇ ਸੀ, ਬਾਇੰਗ ਚੱਲ ਰਹੀ ਸੀ। ਦੈਨ ਸਡਨਲੀ ਜਦੋਂ ਅਪਰੂਵ ਹੋਇਆ ਤਾਂ ਫਿਰ ਲੋਕਾਂ ਨੇ ਸੈਲਿੰਗ ਸ਼ੁਰੂ ਕਰਤੀ। ਵੈਸੇ ਸੈਲਿੰਗ ਇੱਕ ਦਿਨ ਪਹਿਲੇ ਹੀ ਸ਼ੁਰੂ ਹੋ ਗਈ ਸੀ, ਉਹ ਡਿਟੇਲ ਹੈ ਬਹੁਤ ਜ਼ਿਆਦਾ, ਮੈਂ ਨਹੀਂ ਜਾਣਾ ਚਾਹੁੰਦੀ ਉਹਦੇ ਵਿੱਚ ਅੱਜ। ਆਪਾਂ ਉਹਨੂੰ ਕਿਸੇ ਹੋਰ ਟਾਈਮ ਲਈ ਸੇਵ ਕਰਦੇ ਹਾਂ ਉਸ ਡਿਸਕਸ਼ਨ ਨੂੰ। ਫॉर ਨਾਓ ਇਸਨੇ 323% ਦਾ ਗੇਨ ਕੀਤਾ ਸੀ ਪਿਛਲੇ ਸਾਲ ਦਸੰਬਰ ਤੱਕ। ਹੁਣ ਉਸ ਤੋਂ ਬਾਅਦ ਫਿਰ ਇਹ ਡਾਊਨਵਰਡ ਟਰੈਂਡ ਲਿਆ ਹੋਇਆ ਇਸਨੇ। ਤੁਹਾਨੂੰ ਮੈਂ ਸਿਚੁਏਸ਼ਨ ਦੱਸ ਦਿੱਤੀ ਹੈ, ਕ੍ਰਿਪਟੋ ਨਾਲ ਰਿਲੇਟਡ ਹੈ, ਇਸ ਕਰਕੇ ਉੱਥੇ ਜੋ ਕੁਛ ਹੁੰਦਾ ਓਵਰਆਲ ਮਾਰਕੀਟ ਦੇ ਵਿੱਚ ਉਹ ਇਸ ਨੂੰ ਇੰਪੈਕਟ ਕਰਦਾ ਹੈ। ਸੋ ਹਾਲੇ ਹੁਣ ਕਈ ਐਨਾਲਿਸਟ ਨੇ ਇਸ ਨੂੰ ਹੋਲਡ ਕਰਨ ਲਈ ਬੋਲਿਆ ਹੋਇਆ ਹੈ। ਮੈਂ ਵੀ ਇਹਦੇ ਵਿੱਚ ਇੱਕ ਗਲਤੀ ਕੀਤੀ ਹੈ, ਮੈਂ ਬੜਾ ਹੋਲਡ ਕਰਕੇ ਰੱਖਿਆ ਇਸ ਨੂੰ 2 ਸਾਲ। ਬਟ ਮੈਂ ਜਿਹੜਾ ਇਹ ਵਾਲਾ ਹਾਈ ਹੋਇਆ ਸੀ ਇਹਦੇ ਵਿੱਚ, ਇਸ ਤੋਂ ਪਹਿਲੇ ਹੀ ਮੈਂ ਇਸ ਤੋਂ ਪਹਿਲੇ ਹੀ ਕਿਤੇ ਇੱਥੇ ਜੇ ਨਿਕਲ ਗਈ ਸੀ 100 ਦੇ ਆਸ-ਪਾਸ, ਜਦਕਿ ਮੈਨੂੰ ਵੇਟ ਕਰਨੀ ਚਾਹੀਦੀ ਸੀ। ਬਟ ਮੈਨੂੰ ਕੁਛ ਹੋਰ ਬਾਏ ਕਰਨਾ ਸੀ, ਸੋ ਮੈਨੂੰ ਲੱਗਾ ਕਿ ਨਹੀਂ ਮੈਂ ਇੱਥੋਂ ਨਿਕਲਣਾ ਹੈ। ਇਸ ਤੋਂ 2 ਸਾਲ ਹੋਲਡ ਕੀਤਾ ਸੀ, ਹੁਣ ਨਹੀਂ। ਅਤੇ ਮੈਨੂੰ ਫਿਰ ਮਾਈਕਰੋਸੋਫਟ ਜਾਂ ਕੋਈ ਹੋਰ ਸਟਾਕ ਮੈਂ ਬਾਏ ਕਰਨਾ ਸੀ। ਬਟ ਮੈਨੂੰ ਲੱਗਦਾ ਮੈਂ ਮਿਸਟੇਕ ਕੀਤੀ ਹੈ ਇੱਥੇ, ਮੈਨੂੰ ਨਿਕਲਣਾ ਨਹੀਂ ਚਾਹੀਦਾ ਸੀਗਾ, ਮੈਨੂੰ ਥੋੜ੍ਹਾ ਹੋਰ ਵੇਟ ਕਰਨੀ ਚਾਹੀਦੀ ਸੀ। ਬਟ ਮਾਰਕੀਟ ਦੇ ਵਿੱਚ ਇਹ ਚੱਲਦਾ ਰਹਿੰਦਾ ਹੈ। ਤੁਹਾਨੂੰ ਲੱਗਦਾ ਹੈ ਹੋ ਮੈਂ ਕਿਉਂ ਵੇਚਤਾ, ਮੈਂ ਕਿਉਂ ਬਾਏ ਕੀਤਾ, ਮੈਨੂੰ ਹਾਲੇ ਵੇਟ ਕਰਨੀ ਚਾਹੀਦੀ ਸੀ। ਇਹ ਚੱਲਦਾ ਹੀ ਰਹਿਣਾ ਹਮੇਸ਼ਾ, ਕਦੀ ਵੀ ਖਤਮ ਨਹੀਂ ਹੁੰਦੀ ਇਹ ਸ਼ੇਅਰ ਮਾਰਕੀਟ ਦੇ ਵਿੱਚ ਚੀਜ਼। ਐਜ਼ ਲੌਂਗ ਐਜ਼ ਤੁਸੀਂ ਇੰਜੋਏ ਕਰ ਰਹੇ ਹੋ ਸ਼ੇਅਰ ਮਾਰਕੀਟ ਨੂੰ, ਐਜ਼ ਲੌਂਗ ਐਜ਼ ਤੁਸੀਂ ਰਿਸਕ ਲੈ ਸਕਦੇ ਹੋ ਥੋੜ੍ਹਾ ਬਹੁਤ, ਐਜ਼ ਲੌਂਗ ਐਜ਼ ਤੁਹਾਨੂੰ ਪਤਾ ਹੈ ਤੁਸੀਂ ਸਿੱਖਦੇ ਹੋ, ਤੁਸੀਂ ਇਹਦੇ ਵਿੱਚ ਬਹੁਤ ਕੁਛ ਕਰ ਸਕਦੇ ਹੋ। ਬਟ ਰਿਸਕ ਅਤੇ ਰਿਵਾਰਡ ਦੋਨੋਂ ਹੀ ਨਾਲ ਨਾਲ ਚੱਲਦੇ ਹਨ ਸ਼ੇਅਰ ਮਾਰਕੀਟ ਦੇ ਵਿੱਚ। ਸੋ ਆਪਾਂ ਨੂੰ ਹਮੇਸ਼ਾ ਹੀ ਕੇਅਰਫੁਲ ਰਹਿਣਾ ਹੈ, ਔਰ ਕੁਛ ਰਿਸਕ ਆਪਾਂ ਅਵੋਇਡ ਵੀ ਨਹੀਂ ਕਰ ਸਕਦੇ। ਮਾਰਕੀਟ ਦੇ ਵਿੱਚ ਐਨੀ ਟਾਈਮ ਕੁਛ ਵੀ ਹੋ ਸਕਦਾ ਹੈ। ਬਟ ਅਗਰ ਤੁਸੀਂ ਬਿਲਕੁਲ ਹੀ ਤੁਸੀਂ ਮਾਰਕੀਟ ਜਿੱਦਾਂ ਨੂੰ ਰੀਡ ਕਰਦੇ ਹੋ, ਸਟੱਡੀ ਕਰਦੇ ਹੋ, ਜਾਂ ਤੁਹਾਨੂੰ ਪਸੰਦ ਹੈ, ਤਾਂ ਬਹੁਤ ਸਾਰੇ ਰਿਸਕ ਹਨ ਉਹ ਲਏ ਵੀ ਜਾ ਸਕਦੇ ਹਨ। ਬਿਕੋਜ਼ ਅੱਜ ਰਿਸਕ ਹੈ ਅਤੇ ਕੱਲ੍ਹ ਰਿਵਾਰਡ ਵੀ ਹੈ ਉਹਦੇ ਵਿੱਚ। ਪਰ ਅਗੇਨ ਆਈ ਵੁੱਡ ਸੇ ਪਲੀਜ਼ ਡੋਂਟ ਕੰਪੇਅਰ ਇਟ ਵਿਦ ਗੈਂਬਲ, ਇਟਸ ਨੋਟ ਅ ਗੈਂਬਲ।
ਸ਼ੇਅਰ ਮਾਰਕੀਟ ਗੈਂਬਲ ਨਹੀਂ ਹੈ। ਇਸ ਨੂੰ ਅਗਰ ਤੁਸੀਂ ਰੂਟੀਨ ਸਟੱਡੀ ਕਰਦੇ ਹੋ, ਰੂਟੀਨ ਦੇ ਵਿੱਚ ਸਭ ਕੁਛ ਆਪਣੀਆਂ ਸਟ੍ਰੈਟਜੀਜ਼ ਨੂੰ ਅਪਲਾਈ ਕਰਦੇ ਹੋ, ਲਰਨ ਕਰਦੇ ਹੋ ਮਾਰਕੀਟ ਦੇ ਅਕੋਰਡਿੰਗ, ਤਾਂ ਉਹ ਗੈਂਬਲ ਨਹੀਂ ਹੈ। ਤੁਸੀਂ ਇੱਕ ਓਨਰਸ਼ਿਪ ਲੈਂਦੇ ਹੋ, ਇਹ ਓਨਰਸ਼ਿਪ ਹੀ ਤਾਂ ਹੁੰਦੀ ਹੈ ਜਿਹੜਾ ਸ਼ੇਅਰ ਲੈਣਾ, ਕਿਸੇ ਕੰਪਨੀ ਦਾ ਹਿੱਸਾ ਲੈਣਾ। ਸੋ ਉਹਨੂੰ ਤੁਸੀਂ ਜਿਸ ਮਰਜ਼ੀ ਤਰੀਕੇ ਨਾਲ ਐਂਗਲ ਤੋਂ ਦੇਖ ਸਕਦੇ ਹੋ। ਜਾਂ ਤਾਂ ਕੋਈ ਬੰਦਾ ਹੁੰਦਾ ਕਿ ਕੋਈ ਜ਼ਮੀਨ ਹੈ ਜਾਂ ਕੋਈ ਲੈਂਡ ਹੈ, ਲਈ ਅਤੇ ਸੈੱਲ ਕੀਤੀ, ਠੀਕ ਹੈ, ਭਾਵੇਂ ਉਹ 'ਚ ਸੋਲਿਡ ਹੈ ਕੁਛ ਲੈਂਡ ਦੇ ਵਿੱਚ, ਬਟ ਇਹ ਵੀ ਸੇਮ ਹੀ ਹੈ। ਓਨਰਸ਼ਿਪ ਲਈ ਅਤੇ ਓਨਰਸ਼ਿਪ ਗਿਵ ਅਪ ਕਰ ਦਿੱਤੀ, ਸ਼ੇਅਰ ਬਾਏ ਕੀਤਾ, ਸ਼ੇਅਰ ਸੈੱਲ ਕੀਤਾ। ਸੋ ਬਹੁਤ ਕੁਛ ਹੈ, ਅੱਜ ਨਹੀਂ ਡਿਟੇਲ ਵਿੱਚ ਜਾਂਦੇ ਆਪਾਂ, ਅੱਜ ਖਾਲੀ ਕੋਇਨਬੇਸ ਦੇ ਉੱਤੇ ਹੀ ਫੋਕਸ ਕਰਦੇ ਹਾਂ। ਸੋ ਹੁਣ ਤੁਸੀਂ ਦੇਖ ਸਕਦੇ ਹੋ ਇਸ ਸਾਲ ਇਹ ਡਿਕਲਾਈਨ ਵਾਲੀ ਹੀ ਹੈ, ਜਿਸ ਤਰ੍ਹਾਂ ਕਿ ਬਾਕੀ ਮਾਰਕੀਟ ਵੀ ਹੈ। ਇਕੱਲਾ ਇਹ ਨਹੀਂ ਹੈ, ਬਾਕੀ ਮਾਰਕੀਟ ਦੇ ਵਿੱਚ ਵੀ ਬਹੁਤ ਸਾਰੇ ਸਟਾਕਸ ਜਾਂ ਓਵਰਆਲ ਇੰਡੈਕਸ ਹੈ ਨੀਚੇ ਵੱਲ ਹੀ ਹੈ ਆਇਆ ਹੋਇਆ ਹੈ। ਜਿਸ ਤਰ੍ਹਾਂ ਪਹਿਲੇ ਮੈਂ ਇੱਕ ਵੀਡੀਓ 'ਚ ਸ਼ਾਇਦ ਕਿਹਾ ਵੀ ਸੀ, ਜਾਂ ਮੇਰੇ ਆਪਣੇ ਆਰਟੀਕਲ ਦੇ ਵਿੱਚ, ਕਿ ਵੀ ਪਹਿਲੇ 6 ਮੰਥਸ ਇਸ ਸਾਲ ਦੇ ਥੋੜ੍ਹੇ ਜਿਹੇ ਚੌਪੀ ਰਹਿਣਗੇ, ਥੋੜ੍ਹੇ ਜਿਹੇ ਵੋਲਾਟਾਈਲ ਰਹਿਣਗੇ। ਉਸ ਤੋਂ ਬਾਅਦ ਫਿਰ ਸੋਲਿਡ ਰਿਕਵਰੀ ਦੇ ਚਾਂਸਿਸ ਹਨ, ਬਿਕੋਜ਼ ਇਲੈਕਸ਼ਨ ਈਅਰ ਹੈ ਅਮਰੀਕਾ ਦੇ ਵਿੱਚ। ਸੋ ਤੁਸੀਂ ਦੇਖ ਸਕਦੇ ਹੋ ਉਹ ਪੋਜ਼ੀਟਿਵਿਟੀ ਤਾਂ ਆਉਣੀ ਹੀ ਆਉਣੀ ਹੈ। ਇਹ ਹੋ ਸਕਦਾ ਪਹਿਲੇ 2 ਕੁਆਟਰ ਇੱਦਾਂ ਰਹੇ, ਕਿਉਂਕਿ ਹੁਣ ਸੀਜ਼ਨਲ ਰਿਜ਼ਲਟ ਵੀ ਸ਼ੁਰੂ ਹੋ ਗਏ ਹਨ ਪਿਛਲੇ ਕੁਆਟਰ ਦੇ। ਤਾਇਵਾਨ ਦਾ ਚੱਲ ਰਿਹਾ ਹੈ, ਇਜ਼ਰਾਈਲ ਅਤੇ ਹਮਾਸ ਦਾ ਚੱਲ ਰਿਹਾ ਹੈ, ਹੁਣ ਰੈੱਡ ਸੀ ਵਾਲਾ ਚੱਲ ਰਿਹਾ ਹੈ ਇਸ਼ੂ। ਸੋ ਕੁਛ ਨਾ ਕੁਛ ਚੱਲਦਾ ਹੀ ਰਹਿਣਾ ਹੈ ਇਹ, ਅਤੇ ਨਾਲ ਫੈਡ ਦਾ ਵੀ ਡਿਸੀਜ਼ਨਸ ਦੀ ਵੇਟ ਕਰ ਰਹੇ ਹਨ। ਸੋ ਇਸ ਕਰਕੇ ਪਹਿਲੇ 2 ਕੁਆਟਰ ਇਹ ਚੌਪੀ ਰਹਿ ਸਕਦੇ ਹਨ, ਬਟ ਇਹਦੇ ਵਿੱਚ ਤੁਹਾਨੂੰ ਓਪਰਚੁਨਿਟੀਜ਼ ਬਹੁਤ ਆਉਣਗੀਆਂ ਬਾਏ ਕਰਨ ਦੀਆਂ ਲੌਂਗ ਟਰਮ ਵਾਸਤੇ। ਸੋ ਉਹਦੇ ਲਈ ਤੁਸੀਂ ਆਪਣੇ ਪੂਰਾ ਫੋਕਸ ਰੱਖ ਸਕਦੇ ਹੋ ਆਪਣੇ ਫੇਵਰਟ ਸਟਾਕਸ ਦੇ ਉੱਤੇ, ਕਿ ਤੁਹਾਨੂੰ ਬਾਇੰਗ ਓਪਰਚੁਨਿਟੀ ਦੇਗਾ ਇਹ। ਅਤੇ ਜਦੋਂ ਫਿਰ ਸੈਕਿੰਡ ਕੁਆਟਰ ਆਉਣਾ, ਫਿਰ ਉਸ ਟਾਈਮ ਤੁਹਾਨੂੰ ਮੌਕਾ ਨਹੀਂ ਮਿਲਣਾ। ਕਈ ਲੋਕ ਹਨ ਬਾਏ ਹਾਈ ਸੈਲ ਹਾਈ ਕਰਦੇ ਹਨ, ਬਟ ਸਟਿਲ ਆਈ ਵੁੱਡ ਸੇ ਅਗਰ ਚੀਪ ਬਾਏ ਕਰਨਾ ਹੈ ਕੋਈ ਅੱਛੇ ਸਟਾਕਸ ਨੂੰ, ਤਾਂ ਇਹ ਹੁਣ 2-4 ਮਹੀਨੇ ਤੁਹਾਨੂੰ ਓਪਰਚੁਨਿਟੀ ਇਹਦੇ ਵਿੱਚ ਮਿਲੇਗੀ। ਸੋ ਇਹ ਸਟਾਕ $147 ਕੁਛ ਦੇ ਉੱਤੇ ਚੱਲ ਰਿਹਾ ਹੋਇਆ ਹੈ ਹੁਣ, ਉਸ ਤੋਂ ਵੀ ਨੀਚੇ ਹੈ ਐਕਚੁਅਲੀ। ਅਗਰ ਮੈਂ ਉੱਤੇ ਦੇਖਾਂ, ਦੇਖੋ ਅੱਜ ਦਾ ਕਲੋਜ਼ ਸੀਗਾ $130.78 ਦਾ, ਅਤੇ ਆਫਟਰ ਆਵਰਸ ਦੇ ਵਿੱਚ ਹੋਰ ਡਿਕਲਾਈਨ ਹੋਇਆ ਹੈ, ਇਹਦੇ ਵਿੱਚ $129.35 ਉੱਤੇ ਚੱਲ ਰਿਹਾ ਹੈ। ਸੋ ਹਾਲੇ ਇਸ ਟਾਈਮ ਹੋਲਡ ਦੇ ਉੱਤੇ ਬੋਲਿਆ ਗਿਆ ਹੈ ਇਸ ਨੂੰ। ਅਗਰ ਇਸ ਤੋਂ ਹੋਰ ਨੀਚੇ ਚਲਾ ਜਾਂਦਾ ਹੈ ਤਾਂ ਫਿਰ ਇਹ ਬਾਇੰਗ ਦੀ ਟ੍ਰੈਜੈਕਟਰੀ ਦੇ ਵਿੱਚ ਆਏਗਾ। ਹੋ ਸਕਦਾ ਹੈ 114-15 ਦੇ ਵੀ ਆਸ-ਪਾਸ ਅਗਰ ਚਲਾ ਜਾਂਦਾ ਤਾਂ ਵੀ ਬਾਇੰਗ ਦੀ ਓਪਰਚੁਨਿਟੀ ਦੇਗਾ। ਅਗੇਨ ਰਿਸਕ ਇਹਦੇ ਵਿੱਚ ਹੈ, ਕਿਉਂਕਿ ਬੀਟਾ ਹਾਈ ਹੈ, ਵੋਲਾਟਾਈਲ ਹੈ ਸਟਾਕ। ਓਵਰਆਲ ਕ੍ਰਿਪਟੋ ਮਾਰਕੀਟ ਨੂੰ ਰੀਡ ਕਰਨਾ ਬਹੁਤ ਜ਼ਰੂਰੀ ਹੈ, ਅਤੇ ਨਾਲ ਇਹਦਾ ਜੋ ਸੈਕ ਦੇ ਨਾਲ ਸਿਸਟਮ ਜੋ ਵੀ ਇਹਦੇ ਚੱਲ ਰਹੇ ਹਨ ਇਸ਼ੂਜ਼, ਉਹਨਾਂ ਦੇ ਰਿਜ਼ਲਟਸ ਕੀ ਆਉਂਦੇ ਹਨ, ਕੀ ਉੱਥੋਂ ਅਪਡੇਟ ਆਉਂਦੀ ਹੈ, ਉਹਨੂੰ ਧਿਆਨ 'ਚ ਰੱਖਣਾ ਵੀ ਬਹੁਤ ਜ਼ਰੂਰੀ ਹੈ। ਸੋ ਬਹੁਤ ਕੁਛ ਹੈ, ਖਾਲੀ ਆਪਣਾ ਟ੍ਰੈਂਡ ਪੈਟਰਨ ਪੜ੍ਹਦੇ ਹਾਂ, ਰੀਡ ਕਰਦੇ ਹਾਂ ਆਪਾਂ ਕਿਵੇਂ ਸਟਾਕ ਕਰਦਾ ਹੈ, ਬਟ ਆਪਾਂ ਨੂੰ ਹੋਰ ਵੀ ਫੰਡਾਮੈਂਟਲਸ ਟੈਕਨੀਕਲ ਐਨਾਲਿਸਿਸ ਕਰਨਾ ਹੁੰਦਾ ਹੈ ਹੋਰ ਇਸ ਤੋਂ ਇਲਾਵਾ ਵੀ, ਤਾਂ ਜਾ ਕੇ ਆਪਾਂ ਕੋਈ ਵੀ ਡਿਸੀਜ਼ਨ ਬਣਾਉਂਦੇ ਹਾਂ। ਸੋ ਇਹ ਸੀ ਚਾਰਟ ਕੋਇਨਬੇਸ ਦਾ। ਹੁਣ ਆਪਾਂ ਗੱਲ ਕਰਦੇ ਹਾਂ ਰੋਬਿਨਹੁੱਡ ਦੀ। ਇਹਦਾ ਟਿੱਕਰ ਹੈ ਹੁੱਡ, ਅਤੇ ਇਸ ਦੀ ਜੋ ਕਰੰਟ ਪ੍ਰਾਈਸ ਚੱਲ ਰਹੀ ਅੱਜ ਦੀ $11.02 ਹੈ। ਆਫਟਰ ਆਵਰਸ ਦੇ ਵਿੱਚ ਇਹਦਾ ਉਹ ਹੋਰ ਡਿਕਲਾਈਨ ਹੋਇਆ ਹੈ $10.95, ਬਟ ਇਹ ਸਟਾਕ ਅਤੇ ਕੰਪਨੀ ਛੋਟੀ ਹੈ। ਜਿਵੇਂ ਮੈਂ ਆਲਵੇਜ਼ ਬੋਲਦੀ ਹਾਂ ਕਿ ਮੈਨੂੰ ਛੋਟੀ ਕੰਪਨੀਜ਼ ਜ਼ਿਆਦਾ ਪਸੰਦ ਨਹੀਂ ਹਨ ਆਪਣੇ ਪਰਸਨਲ ਸਟ੍ਰੈਟਜੀਜ਼ ਨੂੰ ਲੈ ਕੇ, ਬਟ ਫਿਰ ਵੀ ਮੇਰੀ ਇਹਦੇ ਵਿੱਚ ਜਦੋਂ 21 ਦੇ ਵਿੱਚ ਇਹ ਪੀਕ 'ਤੇ ਸੀ, ਉਸ ਟਾਈਮ ਮੈਂ ਇਹਦੇ ਵਿੱਚ ਐਂਟਰ ਕੀਤਾ ਸੀ। ਬਲੰਡਰ ਮਿਸਟੇਕ ਕਹਿ ਸਕਦੇ ਹੋ, ਜਾਂ ਮਿਸਟੇਕ ਨਹੀਂ ਸੀ ਕੁਛ, ਆਈ ਡੋਂਟ ਨੋ, ਮੈਨੂੰ ਉਸ ਟਾਈਮ ਕੁਆਇਟ ਪੋਜ਼ੀਟਿਵ ਸੀ, ਸੋ ਬਾਏ ਕੀਤਾ। ਬਟ ਸਿੰਸ ਦੈਨ ਇਹ ਡਿਕਲਾਈਨ ਵੱਲ ਸੀ, ਕ੍ਰੈਸ਼ ਹੋਇਆ ਸਟਾਕ ਸੀਗਾ। ਬਟ ਅਗਰ ਇਹਦੇ ਵੀ ਕੁਛ ਇਸ਼ੂਜ਼ ਚੱਲਦੇ ਹਨ ਸੈਕ ਦੇ ਨਾਲ, ਅਤੇ ਇਹਦੇ ਕ੍ਰਿਪਟੋ ਨਾਲ ਰਿਲੇਟਡ ਰੈਵਨਿਊ ਹੈ। ਸੋ ਉਹਦੀ ਟ੍ਰੇਡਿੰਗ ਦੇ ਨਾਲ ਅਗਰ ਕ੍ਰਿਪਟੋ ਵਾਪਸ ਜਿੱਦਾਂ ਹੁਣ ਆ ਚੁੱਕੀ ਹੈ ਇਸ ਸਾਲ ਦੇ ਵਿੱਚ ਇਹਦੀ ਟ੍ਰੇਡਿੰਗ, ਅਤੇ ਨਾਲ ਇਹਦੇ ਹੋਰ ਇਸ਼ੂਜ਼ ਜਿਹੜੇ ਹਨ ਸੈਕ ਦੇ ਨਾਲ ਉਹ ਕਲੀਅਰ ਹੋ ਜਾਂਦੇ ਹਨ, ਤਾਂ ਇਹ ਗੁੱਡ ਸਟਾਕ ਹੋ ਸਕਦਾ ਹੈ। ਫਿਲਹਾਲ ਤਾਂ ਇਹਦੇ ਵਿੱਚ ਠੀਕ ਚੱਲ ਰਿਹਾ ਹੈ, ਬਟ ਇਸਨੇ ਰੀਸੈਂਟਲੀ UK ਦੇ ਵਿੱਚ ਆਪਣੀ ਐਪਲੀਕੇਸ਼ਨ ਲਾਂਚ ਕੀਤੀ ਹੈ। ਉਸ ਤੋਂ ਬਾਅਦ ਕਈ ਐਨਾਲਿਸਟ ਨੇ ਇਸ ਨੂੰ ਬਾਇੰਗ ਦੀ ਰਿਕਮੈਂਡੇਸ਼ਨ ਦਿੱਤੀ ਸੀ, ਬਟ ਮੈਂ ਪਰਸਨਲੀ ਇਸ ਨੂੰ ਵੇਟ ਐਂਡ ਵਾਚ ਹੀ ਕਰਾਂਗੀ। ਬਟ ਮੇਰੇ ਹਸਬੈਂਡ ਨੇ ਇੱਕ ਪੋਰਟਫੋਲੀਓ ਦੇ ਵਿੱਚ ਇਸ ਨੂੰ ਐਡ ਕੀਤਾ ਸੀ UK ਦੇ ਲਾਂਚ ਤੋਂ ਪਹਿਲੇ, ਸੋ ਉਹਨਾਂ ਦਾ ਪ੍ਰੋਫਿਟ ਦੇ ਵਿੱਚ ਚੱਲ ਰਿਹਾ ਹੈ ਇਹ ਸਟਾਕ, ਅਤੇ ਉਹਨਾਂ ਲਈ ਗੁੱਡ ਮੂਵ ਹੈ। ਬਟ ਮੈਨੂੰ ਪਰਸਨਲੀ ਨਹੀਂ ਲੱਗਿਆ ਸੀ, ਬਟ ਸਟਿਲ ਮੈਨੂੰ ਲੱਗਿਆ ਕਿ ਆਪਾਂ ਨੂੰ ਇਸ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ। ਕੁਛ ਲੂਜ਼ਰ ਸਟਾਕ ਵੀ ਹੋ ਸਕਦੇ ਹਨ, ਜਾਂ ਫਿਰ ਕੁਛ ਇੱਦਾਂ ਦੇ ਸਟਾਕ ਹੋ ਸਕਦੇ ਹਨ ਜਿਹੜੇ ਕਿ ਫਿਊਚਰ ਦੇ ਵਿੱਚ ਅੱਛਾ ਕਰ ਸਕਦੇ ਹਨ, ਅਗਰ ਉਹਨਾਂ ਦੀਆਂ ਸਾਰੀਆਂ ਹਰਡਲਸ ਨੂੰ ਕਲੀਅਰੈਂਸ ਮਿਲ ਜਾਂਦੀ ਹੈ ਜਾਂ ਕਲੀਅਰ ਹੋ ਜਾਂਦੀਆਂ ਹਨ। ਸੋ ਆਪਾਂ ਇਹਦਾ ਸ਼ੁਰੂ ਕਰਦੇ ਹਾਂ। ਤੁਸੀਂ ਵੈਸੇ ਚਾਰਟ ਤੋਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਅਪਵਰਡ ਟ੍ਰੈਂਡ ਦੇ ਨਹੀਂ ਮੈਂ ਕਹਿ ਸਕਦੀ, ਇਸ ਨੂੰ ਸਵਿੰਗ ਹੀ ਬਣਾਉਂਦਾ ਹੈ, ਕਦੀ ਅਪ ਅਤੇ ਕਦੀ ਡਾਊਨ, ਅਤੇ ਇਹਦਾ ਬੀਟਾ ਵੀ ਅਬਾਊਟ 1.5 ਕੁਛ ਹੈ,
5 ਸਾਲ ਦਾ ਅਗਰ ਦੇਖਿਆ ਜਾਏ ਫਲਕਚੁਏਸ਼ਨ ਜ਼ਿਆਦਾ ਹੁੰਦੀ ਹੈ ਤੇ ਬਟ ਅਗਰ ਮੈਂ ਹੁਣ ਪਿਛਲੇ ਸਾਲ ਦੇ ਸ਼ੁਰੂ ਦੇ ਵਿੱਚ ਦੇਖਾਂ ਤਾਂ ਇਹ $7 2022 ਦੇ ਵਿੱਚ ਦਸੰਬਰ ਇਹਨੇ ਫਿਨਿਸ਼ ਕੀਤਾ ਸੀ $7.70 ਦੇ ਉੱਤੇ, ਪਰ ਜਨਵਰੀ ਦੇ ਵਿੱਚ ਇਸਨੇ $8 ਤੋਂ ਟ੍ਰੇਡਿੰਗ ਸ਼ੁਰੂ ਕੀਤੀ ਸੀ। ਤਾਂ ਉਸ ਤੋਂ ਬਾਅਦ ਇਸਨੇ 1-2 ਮਹੀਨਿਆਂ ਦੇ ਵਿੱਚ ਇਸਨੇ ਗੇਨ ਕੀਤਾ ਸੀ 16-17%, $10 ਦੇ ਉੱਤੇ ਆ ਗਿਆ ਸੀ, ਜਿਹੜਾ ਕਿ ਨਾਟ ਬੈਡ, 1 ਮਹੀਨੇ ਦੇ ਵਿੱਚ ਰਿਕਵਰੀ ਠੀਕ ਸੀ। ਫਿਰ ਉਸ ਤੋਂ ਬਾਅਦ ਇਸਨੇ ਮਾਰਚ ਦੇ ਵਿੱਚ ਫਿਰ ਇਸ ਦਾ ਡਿਕਲਾਈਨ ਹੋਇਆ। ਦੈਨ ਮੈਂ ਉਸ ਤੋਂ ਬਾਅਦ ਜਾਣੀ ਹਾਂ ਜੁਲਾਈ ਦੇ ਵਿੱਚ ਇਸਨੇ ਹਾਈ ਲਗਾਇਆ ਸੀ $13 ਐਂਡ ਸਮਥਿੰਗ। ਉਦੋਂ ਓਵਰਆਲ ਮਾਰਕੀਟ ਉੱਤੇ ਗਈ ਸੀ, ਸਾਰੇ ਸਟਾਕਸ ਮੋਸਟਲੀ ਮੇਜਰ ਸਟਾਕਸ ਅਤੇ ਕੁਛ ਇਹ ਸਟਾਕਸ ਇੱਦਾਂ ਦੇ ਸੀ ਜਿਹੜੇ ਕਿ ਬਹੁਤ ਹਾਈ ਉੱਤੇ ਗਏ ਹੋਏ ਸੀਗੇ। ਸੋ $13 ਦਾ ਇਸਨੇ ਲਗਾਇਆ ਸੀ ਹਾਈ ਜੁਲਾਈ ਦੇ ਵਿੱਚ, ਜਿਹੜਾ ਕਿ ਇਸ ਦੀ ਜਨਵਰੀ ਬਾਇੰਗ ਤੋਂ 42% ਦੇ ਗੇਨ ਦੇ ਉੱਤੇ ਸੀਗਾ, ਨਾਟ ਬੈਡ। ਅਗਰ ਕਿਸੇ ਨੇ ਉਸ ਤਰੀਕੇ ਨਾਲ ਪਲਾਨ ਕੀਤਾ ਹੋਏਗਾ ਤਾਂ ਜਨਵਰੀ ਬਾਏ ਕਰਕੇ ਅਗਰ ਜੁਲਾਈ 'ਚ ਕੀਤਾ ਹੋਏਗਾ ਸੈਲ ਤਾਂ 42% ਦਾ ਜੋ ਗੇਨ ਸੀ ਉਹ ਬਹੁਤ ਅੱਛਾ ਗੇਨ ਲਿਆ ਹੋਏਗਾ। ਉਸ ਤੋਂ ਬਾਅਦ ਫਿਰ ਡਿਕਲਾਈਨ ਕੀਤਾ ਇਸਨੇ, ਅਗਰ ਮੈਂ ਦੇਖਾਂ ਨਵੰਬਰ ਤੱਕ ਇਹ ਫਿਰ $7.90 ਸਮਥਿੰਗ ਸੈਂਟਸ ਦੇ ਉੱਤੇ ਸੀ, $7.98 ਦੇ ਉੱਤੇ, ਜਿਹੜਾ ਕਿ ਜਨਵਰੀ ਦੇ ਇਕੁਇਵਲੈਂਟ ਜਿੱਥੋਂ ਇਹਨੇ ਸ਼ੁਰੂ ਕੀਤਾ ਸੀ ਸਾਲ। ਫਿਰ ਮੌਕਾ ਦਿੱਤਾ ਇਸਨੇ, ਫਿਰ ਉਸ ਤੋਂ ਬਾਅਦ ਮੁੜ ਕੇ ਫਿਰ ਹੁਣ ਇਹ $13 ਕੁਛ ਦੇ ਉੱਤੇ ਆ ਗਿਆ ਹੋਇਆ ਹੈ, ਬਟ ਰਿਸਕੀ ਹੈ ਸਟਾਕ। ਜਦੋਂ ਤੱਕ ਆਪਾਂ ਨੂੰ ਪੂਰੀ ਤਰ੍ਹਾਂ ਇਹਦੇ ਸਾਰਾ ਐਂਗਲਸ ਤੋਂ ਕਲੀਅਰ ਨਹੀਂ ਕਰ ਲੈਂਦੇ, ਆਪਾਂ ਇਹਦੇ ਸਾਰਾ ਐਨਾਲਿਸਿਸ ਫੰਡਾਮੈਂਟਲਸ ਨਹੀਂ ਚੈੱਕ ਕਰ ਲੈਂਦੇ, ਸਾਰੇ ਟੈਕਨੀਕਲ ਐਨਾਲਿਸਿਸ ਦੇ ਥਰੂ ਇਸ ਸਟਾਕ ਨੂੰ ਚੈੱਕ ਨਹੀਂ ਕਰ ਲੈਂਦੇ, ਇਨਵੈਸਟਮੈਂਟ ਨਹੀਂ ਮੈਂ ਰਿਕਮੈਂਡ ਕਰਾਂਗੀ ਜਾਂ ਬਾਇੰਗ ਨਹੀਂ ਰਿਕਮੈਂਡ ਕਰਾਂਗੀ। ਬਟ ਅਗਰ ਟਰੈਂਡ ਰੀਡ ਕਰਦੇ ਹੋ ਰਹਿੰਦੇ ਹੋ ਤਾਂ ਤੁਸੀਂ ਸਵਿੰਗ ਟ੍ਰੇਡ ਸੋਚ ਸਕਦੇ ਹੋ। ਹਾਲੇ ਮੈਂ ਨਹੀਂ ਬੋਲਾਂਗੀ ਔਰ ਮੋਸਟਲੀ ਐਨਾਲਿਸਟ ਬਾਈ ਨਹੀਂ ਬੋਲ ਰਹੇ ਇਸ ਦੇ ਵਿੱਚ, ਅਤੇ ਕੁਛ ਵੱਲੋਂ ਬਾਇੰਗ ਦੀ ਰਿਕਮੈਂਡੇਸ਼ਨ ਆਈ ਹੈ ਸਿੰਸ ਇਸਨੇ UK ਦੇ ਵਿੱਚ ਆਪਣੀ ਐਪਲੀਕੇਸ਼ਨ ਲਾਂਚ ਕੀਤੀ ਹੈ। ਔਰ ਉਦੋਂ ਇਸਨੇ CEO ਨੇ ਇਹ ਵੀ ਬੋਲਿਆ ਸੀ ਕਿ UK ਤੋਂ ਬਾਅਦ ਸਾਡਾ ਹੋਰ ਪਲਾਨਸ ਹਨ, ਹੋਰ ਕੰਟਰੀਜ਼ ਦੇ ਵਿੱਚ ਅਸੀਂ ਐਕਸਪੈਂਡ ਕਰਨਾ ਚਾਹੁੰਦੇ ਹਾਂ, ਆਪਣੀ ਐਪਲੀਕੇਸ਼ਨ ਨੂੰ ਲਾਂਚ ਕਰਨਾ ਚਾਹੁੰਦੇ ਹਨ। ਅਗਰ ਉਹ ਹੋਰ ਕੰਟਰੀਜ਼ ਦੇ ਵਿੱਚ ਆਪਣੀ ਐਪਲੀਕੇਸ਼ਨ ਲਾਂਚ ਕਰ ਲੈਂਦੇ ਹਨ ਅਤੇ ਓਬਵੀਅਸਲੀ ਇਹਨਾਂ ਦੀ ਰੈਵਨਿਊ ਵਧੇਗੀ, ਬਿਕੋਜ਼ ਮੋਰ ਲੋਕ ਟ੍ਰੇਡ ਕਰਨਗੇ ਇਹਨਾਂ ਦੇ ਪਲੇਟਫਾਰਮ ਦੇ ਉੱਤੇ, ਬਿਕੋਜ਼ ਇਹ ਟ੍ਰੇਡਿੰਗ ਪਲੇਟਫਾਰਮ ਹੈ ਅਤੇ ਅੱਛਾ ਪਲੇਟਫਾਰਮ ਹੈ, ਬੜਾ ਹੀ ਈਜ਼ੀ ਕਹਿ ਲਓ, ਜਿਸ ਨੂੰ ਯੂਜ਼ ਕਰਨਾ ਬਹੁਤ ਈਜ਼ੀ ਹੈ ਅਤੇ ਕੋਈ ਬੰਦਾ ਵੀ ਮੋਬਾਈਲ ਦੇ ਉੱਤੇ ਡਾਊਨਲੋਡ ਕਰਕੇ ਆਪਣੀ ਟ੍ਰੇਡਿੰਗ ਕਰ ਸਕਦਾ ਹੈ। ਸੋ ਕਾਫੀ ਅੱਛਾ ਇਸਨੇ ਸ਼ੁਰੂ ਕੀਤਾ ਸੀ ਵੈਸੇ ਜਦੋਂ ਇਹ IPO ਦਾ ਲਾਂਚ ਹੋਇਆ ਸੀ। ਅਗੇਨ ਦੇਖਣਾ ਬਣੇਗਾ ਕਿ ਇਸ ਨੂੰ ਹੁਣ ਕ੍ਰਿਪਟੋ ਦੀ ਜੋ ਟ੍ਰੇਡਿੰਗ ਆ ਵਾਪਸ ਆ ਗਈ ਹੈ ਤਾਂ ਇਸ ਨੂੰ ਫਾਇਦਾ ਹੀ ਹੋਣ ਵਾਲਾ ਉਹਦੇ ਵਿੱਚ, ਅਤੇ ਅੱਗੇ ਦੇਖਣਾ ਪਏਗਾ ਕਿ ਇਸ ਦੇ ਸੈਕ ਵੱਲੋਂ ਕੀ ਜਿਹੜੇ ਇਸ਼ੂਸ ਹਨ ਉਹ ਕਲੀਅਰ ਹੁੰਦੇ ਹਨ ਜਾਂ ਫਿਰ ਹੋਰ ਕੰਟਰੀਜ਼ ਦੇ ਵਿੱਚ ਪੈਰ ਪਸਾਰਦਾ ਆਪਣੇ ਜਾਂ ਨਹੀਂ ਪਸਾਰਦਾ। ਸੋ ਉਹਦੇ 'ਤੇ ਡਿਪੈਂਡ ਕਰੇਗਾ। ਅਗਰ ਐਕਸਪੈਂਡ ਹੋ ਜਾਂਦਾ ਹੈ ਦੈਨ ਆਪਾਂ ਇਸ ਨੂੰ ਸੋਚ ਸਕਦੇ ਹਾਂ ਸਟਾਕ ਨੂੰ। ਔਰ ਉਸ ਤੋਂ ਬਾਅਦ ਇਸਨੇ ਇਸ ਸਾਲ ਸਟਾਕ ਫਿਰ ਉਵੇਂ ਹੀ ਡਿਕਲਾਈਨ ਵੱਲ ਹੈ, ਪਰ ਇਹ ਓਵਰਆਲ ਮਾਰਕੀਟ ਦੇ ਨਾਲ ਹੀ ਅਲਾਈਨ ਹੋ ਰਿਹਾ ਹੈ, ਬਿਕੋਜ਼ ਮੋਸਟਲੀ ਮਾਰਕੀਟ ਨੀਚੇ ਹੀ ਚੱਲ ਰਹੀ ਹੈ। ਸੋ ਐਟ ਦਾ ਮੂਮੈਂਟ ਇਹ $11 ਸਮਥਿੰਗ ਦੇ ਉੱਤੇ ਹੈ, ਜਿਹੜਾ ਕਿ ਅਗੇਨ ਤੁਸੀਂ ਦੇਖ ਸਕਦੇ ਹੋ ਲਾਸਟ ਈਅਰ ਦੇ ਲੋ ਤੱਕ ਤੇ ਨਹੀਂ ਗਿਆ ਹੈ। ਇਸਨੇ 11 ਕੁਛ ਡਾਲਰਸ ਹੀ ਲਗਾਇਆ ਸੀ ਅਤੇ ਹੁਣ ਜਿਵੇਂ $11.02 ਹੁਣ ਆਫਟਰ ਆਵਰਸ ਦੇ ਵਿੱਚ ਇਹ $10 ਸਮਥਿੰਗ ਦੇ ਉੱਤੇ ਹੈ। ਸੋ ਦੇਖਣਾ ਬਣੇਗਾ ਕਿ ਕੀ ਹੋਰ ਨੀਚੇ ਜਾਏਗਾ ਤਾਂ ਜਾਂ ਫਿਰ ਇਸ ਤੋਂ ਮੁੜ ਜਾਏਗਾ ਇਸ ਪ੍ਰਾਈਸ ਤੋਂ। ਅਗਰ ਨੀਚੇ ਚਲਾ ਵੀ ਜਾਂਦਾ ਹੈ ਅਤੇ ਆਪਾਂ ਨੂੰ ਪਤਾ ਵੀ ਕੁਛ ਹੋਰ ਕੀ ਹੋਏਗਾ ਮਾਰਕੀਟ ਦੇ ਵਿੱਚ ਕ੍ਰਿਪਟੋ ਨਾਲ ਰਿਲੇਟਡ ਜਾਂ ਟ੍ਰੇਡਿੰਗ ਨਾਲ ਰਿਲੇਟਡ, ਅਤੇ ਅਗਰ ਇੰਟਰਸਟ ਰੇਟ ਵਗੈਰਾ ਸਾਰਾ ਕੁਛ ਨਾ ਕੁਛ ਪੋਜ਼ੀਟਿਵ ਇੰਡੀਕੇਸ਼ਨਸ ਆਪਾਂ ਨੂੰ ਆਉਂਦੇ ਹਨ ਤਾਂ ਆਪਾਂ ਸੋਚ ਸਕਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਵੀ ਤੁਸੀਂ ਇਹਦੇ ਵਿੱਚ ਐਂਟਰ ਕਰਨਾ ਹੈ ਨਹੀਂ ਕਰਨਾ ਹੈ, ਬਟ ਸਟਾਰਟਿੰਗ ਦੇ ਲਈ ਰਿਸਕ ਟੇਕਿੰਗ ਮੈਂ ਨਹੀਂ ਬੋਲਾਂਗੀ, ਰਿਕਮੈਂਡ ਨਹੀਂ ਕਰਾਂਗੀ। ਯੂਜਲੀ ਸੇਫ ਸਾਈਡ ਲੈ ਕੇ ਹੀ ਚੱਲਣਾ ਚਾਹੀਦਾ, ਸਪੈਸ਼ਲੀ ਵੈਨ ਯੂ ਆਰ ਨਿਊ, ਕਿਉਂਕਿ ਉਦੋਂ ਸੋਲਿਡ ਸਟਾਕਸ ਹਨ ਉਹਨਾਂ ਵਿੱਚ ਐਂਟਰੀ ਕਰੋ ਤਾਂ ਤੁਹਾਨੂੰ ਇੱਕ ਮੋਟੀਵੇਸ਼ਨ ਮਿਲਦਾ ਹੈ, ਇੱਕ ਪੋਜ਼ੀਟਿਵ ਵਾਈਬਸ ਆਉਂਦੀਆਂ ਹਨ ਕਿ ਵੀ ਹਾਂ ਮੈਂ ਟ੍ਰੇਡਿੰਗ ਸ਼ੁਰੂ ਕੀਤੀ ਸੀ ਜਾਂ ਇਨਵੈਸਟਮੈਂਟ ਸ਼ੁਰੂ ਕੀਤੀ ਸੀ, ਉਹ ਮੇਰੇ ਸਟਾਕਸ ਹਨ ਜਾਂ ਮੇਰਾ ਜੋ ਪੈਸਾ ਇਨਵੈਸਟ ਹੋਇਆ ਹੈ ਖ਼ਰਾਬ ਨਹੀਂ ਹੋ ਰਿਹਾ। ਅਗਰ ਸਟਾਰਟਿੰਗ ਹੀ ਆਪਾਂ ਲੂਜ਼ਸ ਤੋਂ ਕਰ ਲੈਂਦੇ ਹਾਂ ਔਰ ਆਪਾਂ ਨੂੰ ਜ਼ਿਆਦਾ ਮਾਰਕੀਟ ਦਾ ਪਤਾ ਵੀ ਨਹੀਂ ਹੈ ਤਾਂ ਫਿਰ ਬੰਦਾ ਡੀਮੋਟੀਵੇਟ ਹੋ ਜਾਂਦਾ ਹੈ ਔਰ ਲੌਂਗ ਟਰਮ ਇਨਵੈਸਟਰ ਨਹੀਂ ਬਣ ਸਕਦਾ। ਤੋ ਮੈਂ ਨਹੀਂ ਬੋਲਾਂਗੀ ਇਸ ਨੂੰ ਬਾਏ ਕਰਨ ਦਾ ਐਟ ਦਾ ਮੋਮੈਂਟ, ਬਟ ਲੇਟਰ ਅਗਰ ਕੁਛ ਇਸ ਤਰ੍ਹਾਂ ਦਾ ਆਉਂਦਾ ਹੈ ਤਾਂ ਮੈਂ ਜ਼ਰੂਰ ਸ਼ੇਅਰ ਕਰਾਂਗੀ ਤੁਹਾਡੇ ਨਾਲ। ਥੋੜ੍ਹਾ ਜਿਹਾ ਹੋਰ ਮੈਂ ਰੋਬਿਨਹੁੱਡ ਦੇ ਉੱਤੇ ਮੈਨੂੰ ਲੱਗਿਆ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂ ਕਿ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਐਨਾਲਿਸਟ ਦੀ ਗੱਲ ਚੱਲ ਰਹੀ ਹੈ, ਕੀ ਸੋਚਦੇ ਹਨ ਉਹ ਐਨਾਲਿਸਟ ਕੀ ਸੋਚਦੇ ਹਨ। ਤਾਂ ਇਹਨਾਂ ਨੇ ਹੁਣ ਅੱਜ ਦਾ ਜਿਵੇਂ ਬੋਲਿਆ ਹੈ ਕਿ ਵੀ ਇਸ ਨੇ ਡਿਕਲਾਈਨ ਹੋਇਆ ਇਹਦੇ ਵਿੱਚ, ਬਟ ਓਵਰਆਲ ਮਾਰਕੀਟ ਹੈ ਜਿਹੜੀ ਉਹ ਪੋਜ਼ੀਟਿਵ ਸੀ, ਲਿਟਲ ਬਿਟ, ਜ਼ਿਆਦਾ ਨਹੀਂ। ਤਾਂ ਉਸ ਤੋਂ ਬਾਅਦ ਅਗਰ ਮੈਂ ਦੇਖਾਂ ਪਿਛਲੇ ਮਹੀਨੇ
ਇਸ ਨੇ ਜੋ ਗੇਨ ਕੀਤਾ ਸੀ ਉਹ 4.36% ਦਾ ਕੀਤਾ ਸੀਗਾ। ਨਾਟ ਕੀਪਿੰਗ ਅਪ ਵਿਦ ਦ ਫਾਈਨੈਂਸ ਸੈਕਟਰਸ ਗੇਨ ਆਫ 4.37 ਸਲਾਈਟਲੀ ਡਿਫਰੈਂਟ ਹੈ, ਉਸ ਤੋਂ ਨੀਚੇ ਹੈ ਥੋੜ੍ਹਾ ਜਿਹਾ। ਇਸ ਨੂੰ ਲੱਗਿਆ ਕਿ ਓਵਰਆਲ ਫਾਈਨੈਂਸ ਮਾਰਕੀਟ ਜਿਵੇਂ ਕਰ ਰਹੀ ਹੈ, ਇਸ ਨੇ ਉਵੇਂ ਨਹੀਂ ਕੀਤਾ, ਬਟ ਸਟਿਲ ਲੈਟਸ ਸੀ ਅੱਗੇ ਕੀ ਹੈ। ਪਿਛਲੇ ਕੁਆਰਟਰ ਦੀਆਂ ਅਰਨਿੰਗਸ 13 ਫੈਬ ਨੂੰ ਆਉਣਗੀਆਂ ਇਸ ਦੀਆਂ, ਅਤੇ ਇਨਵੈਸਟਮੈਂਟ ਕਮਿਊਨਿਟੀ ਹੈ ਜਿਹੜੀ ਉਸ ਨੂੰ ਕਲੋਜ਼ਲੀ ਵਾਚ ਕਰੇਗੀ, ਐਨਾਲਾਈਜ਼ ਕਰੇਗੀ ਕਿ ਇਹਦੀਆਂ ਅਰਨਿੰਗਸ ਕਿਸ ਤਰ੍ਹਾਂ ਆਉਂਦੀਆਂ ਹਨ, ਕਿ ਇਸ ਦੀ ਥੋੜ੍ਹੀ ਬਹੁਤ ਇੰਪਰੂਵਮੈਂਟ ਹੋਈ ਹੈ। ਜਿਵੇਂ ਕਿ ਇਹਦੀ EPS ਨੈਗੇਟਿਵ ਚੱਲ ਰਹੀ, ਕਿ ਉਹਦੇ ਵਿੱਚ ਥੋੜ੍ਹੀ ਬਹੁਤ ਇੰਪਰੂਵਮੈਂਟ ਹੈ, ਬਟ ਆਪਾਂ ਦੇਖਦੇ ਹਾਂ ਅੱਗੇ ਕੀ ਕਹਿੰਦਾ ਹੈ। ਸੋ ਉਹਨਾਂ ਨੇ ਬੋਲਿਆ ਕਿ ਪੋਜ਼ੀਟਿਵ ਐਸਟੀਮੇਟ ਰਿਵੀਜ਼ਨ ਜਿਹੜੀ ਹੋਈ ਹੈ, ਮੀਨਸ ਜੋ ਉਹਨਾਂ ਨੇ ਪਹਿਲੇ ਐਸਟੀਮੇਟ ਲਗਾਇਆ ਸੀ ਉਸ ਨੂੰ ਅਪਗ੍ਰੇਡ ਕੀਤਾ, ਮੀਨਸ ਪੋਜ਼ੀਟਿਵ। ਜੇ ਫੋਰ ਐਗਜ਼ਾਮਪਲ ਉਹ ਬੋਲਦੇ ਹਨ ਕਿ ਇਹਦੀ ਪ੍ਰਾਈਸ 8 ਪਹਿਲੇ ਬੋਲੀ ਹੋਏਗੀ ਉਹਨਾਂ ਨੇ, ਹੁਣ ਉਹਨਾਂ ਨੇ 9 ਬੋਲਿਆ ਹੈ, ਮੀਨਸ ਉਹ ਪੋਜ਼ੀਟਿਵ ਹੈ ਨਾ, ਨੈਗੇਟਿਵ ਨਹੀਂ ਕੀਤਾ। ਸੋ ਪੋਜ਼ੀਟਿਵ ਜਿਹੜੀ ਰਿਵੀਜ਼ਨ ਹੋਈ ਹੈ ਇਸ ਦੀ ਐਸਟੀਮੇਸ਼ਨ ਜੋ ਉਹਨਾਂ ਨੇ ਕੀਤਾ ਹੈ ਐਨਾਲਿਸਟ ਨੇ, ਉਹ ਬਿਜ਼ਨਸ ਦੇ ਆਊਟਲੁੱਕ ਲਈ ਅੱਛੀ ਹੈ। ਉਹਨਾਂ ਨੂੰ ਅਗਰ ਲੱਗਦਾ ਹੋਏਗਾ ਕਿ ਬਿਜ਼ਨਸ ਦੇ ਇੰਪਰੂਵਮੈਂਟ ਦੇ ਚਾਂਸਿਸ ਹਨ, ਤਦ ਹੀ ਉਹਨਾਂ ਨੇ ਪੋਜ਼ੀਟਿਵ ਜੋ ਐਸਟੀਮੇਟ ਜਾਂ ਰਿਵੀਜ਼ਨ ਕੀਤੀ ਹੈ। ਤਾਂ ਉਸ ਤੋਂ ਬਾਅਦ ਇਹ ਸੋ ਸਟ੍ਰੇਟ ਫਾਰਵਰਡ ਆਪਾਂ ਦੇਖਿਆ ਜਾਏ ਤਾਂ ਬਾਇੰਗ ਦੀ ਰਿਕਮੈਂਡੇਸ਼ਨ ਦੇ ਆਸ-ਪਾਸ ਹੀ ਹਨ ਅਗਰ ਦੇਖੋ ਤਾਂ ਮੋਸਟਲੀ ਐਨਾਲਿਸਟ। ਸੋ ਬਟ ਮੈਂ ਸਟਿਲ ਵਾਚ ਕਰਾਂਗੀ ਅਰਨਿੰਗਸ ਨੂੰ, ਜਿਹੜੀਆਂ ਕਿ ਫੈਬ ਦੇ ਵਿੱਚ ਆਉਣਗੀਆਂ, ਅਤੇ ਉਸ ਤੋਂ ਹੋਰ ਵੀ ਨਿਊਜ਼ ਅਗਰ ਕੁਛ ਆਉਂਦੀ ਹੈ, ਅਨਾਊਂਸਮੈਂਟ ਆਉਂਦੀ ਹੈ ਕੰਪਨੀ ਦੀ, ਮੈਂ ਉਸ ਨੂੰ ਦੇਖਾਂਗੀ। ਉਸ ਤੋਂ ਬਾਅਦ ਹੀ ਮੈਂ ਸੋਚ ਸਕਦੀ ਹਾਂ ਇਹਦੇ ਵਿੱਚ ਹੋਰ ਐਂਟਰੀ ਕਰਨ ਦੀ, ਬਾਏ ਕਰਨ ਦੀ ਸਟਾਕ ਦੇ ਵਿੱਚ। ਸੋ ਦੇਖਣਾ ਬਣੇਗਾ ਕਿ ਕਿਸ ਤਰੀਕੇ ਦੀ ਪਰਫੋਰਮੈਂਸ ਇਹ ਦਿੰਦੀ ਹੈ, ਕਿਵੇਂ ਅਨਾਊਂਸਮੈਂਟ, ਕਿਸ ਤਰ੍ਹਾਂ ਦੀਆਂ ਅਨਾਊਂਸਮੈਂਟਸ ਉਦੋਂ ਆਉਂਦੀਆਂ ਹਨ। ਸੋ ਆਈ ਵਿਲ ਕਮ ਬੈਕ ਟੂ ਯੂ ਅਗਰ ਮੈਨੂੰ ਕੁਛ ਉਹਦੇ ਵਿੱਚ ਕੁਛ ਅਪਡੇਟ ਆਉਂਦੀ ਹੈ, ਕੋਈ ਨਿਊਜ਼ ਮਿਲਦੀ ਹੈ। ਅਦਰਵਾਈਜ਼ ਮੈਂ ਨਹੀਂ ਬੋਲਾਂਗੀ ਕਿ ਇਸ ਨੂੰ ਇਸ ਟਾਈਮ ਬਾਏ ਕਰਨਾ ਚਾਹੀਦਾ ਹੈ, ਸਪੈਸ਼ਲੀ ਵੈਨ ਯੂ ਆਰ ਨਿਊ ਟੂ ਦ ਮਾਰਕੀਟ। ਸੋ ਹੁਣ ਗੱਲ ਕਰਦੇ ਹਾਂ ਪੇਪਾਲ ਦੀ। ਇਹਦਾ ਟਿਕਰ ਹੈ PYPL। ਇਹਨੂੰ ਆਪਾਂ ਆਈ ਥਿੰਕ ਸਾਰੇ ਹੀ ਜਾਣਦੇ ਹਾਂ, ਪੇਪਾਲ ਦੇ ਥਰੂ ਪੇਮੈਂਟਸ ਕਰਦੇ ਹਾਂ ਜਾਂ ਰਿਸੀਵ ਕਰਦੇ ਹਾਂ, ਜੋ ਜਿਸ ਤਰ੍ਹਾਂ ਵੀ ਤੁਸੀਂ ਲਗਾ ਲਓ। ਫਿਨਟੈਕ ਕੰਪਨੀ ਹੈ, ਇਹਦੇ ਉੱਤੇ ਆਪਾਂ ਫੁੱਲ ਫਲੈਸ਼ਡ ਵੀਡੀਓ ਨਹੀਂ ਬਣਾਇਆ ਹਾਲੇ ਤੱਕ। ਅਗਰ ਮੈਂ ਖਾਲੀ ਓਵਰਵਿਊ ਦੇਵਾਂ, ਇਸ ਕੰਪਨੀ ਦੇ ਫੰਡਾਮੈਂਟਲਸ ਸਟਰੋਂਗ ਹਨ, ਅੱਛੇ ਫੰਡਾਮੈਂਟਲਸ ਹਨ, ਕੰਪਨੀ ਅੱਛੀ ਹੈ, ਟੌਪ ਦੀ ਕੰਪਨੀ ਹੈ, ਬਟ ਸਟਿਲ ਇਹ ਬਹੁਤ ਜ਼ਿਆਦਾ ਡਿੱਗ ਗਿਆ ਸਟਾਕ ਪਿਛਲੇ ਸਾਲ। ਜ਼ਿਆਦਾਤਰ ਇਹ ਬੋਲਦੇ ਹਨ ਕਿ ਵੀ ਐਨਾਲਿਸਟ ਕਿ ਸਾਨੂੰ ਰੀਜ਼ਨ ਨਹੀਂ ਪਤਾ ਕਿਉਂ ਡਿੱਗੇ ਹਨ, ਬਟ ਆਪਾਂ ਇਹ ਕਹਿ ਸਕਦੇ ਹਾਂ, ਕਹਿੰਦੇ ਅਗਰ ਫਾਈਨੈਂਸ਼ੀਅਲ ਸੈਕਟਰ ਹੈ ਜੋ ਓਵਰਆਲ ਅੱਛਾ ਨਹੀਂ ਕਰ ਰਿਹਾ ਸੀ, ਜਾਂ ਸਿਚੁਏਸ਼ਨਸ ਮੈਕਰੋ ਇਨਵਾਇਰਮੈਂਟ ਇੱਦਾਂ ਦਾ ਸੀ, ਉਸਨੇ ਇਸ ਨੂੰ ਇੰਪੈਕਟ ਕੀਤਾ ਹੋਏਗਾ, ਤਦ ਹੀ ਇਹ ਸਟਾਕ ਡਿੱਗ ਗਿਆ ਹੋਇਆ ਸੀ। ਬਿਕੋਜ਼ ਕੰਜ਼ਿਊਮਰ ਹੈ ਜਾਂ ਲੋਕ ਹਨ ਇੰਨਾ ਜ਼ਿਆਦਾ ਯੂਜ਼ ਨਹੀਂ ਕਰ ਰਹੇ ਸੀ ਪਲੇਟਫਾਰਮ ਦਾ, ਇੰਨੇ ਜ਼ਿਆਦਾ ਉਹ ਸਪੈਂਡਿੰਗ ਨਹੀਂ ਕਰ ਰਹੇ ਸੀਗੇ। ਸੋ ਰੀਜ਼ਨ ਨਹੀਂ ਪਤਾ ਹੈ ਕਿਸੇ ਨੂੰ ਕਿ ਕਿਉਂ ਡਿੱਗਿਆ ਸਟਾਕ ਇਹ, ਬਟ ਸਟਿਲ ਇਹ ਸਟਾਕ ਬਾਇੰਗ ਦੇ ਉਹਦੇ ਵਿੱਚ ਹੈ ਕਿ ਵੀ ਬੜਾ ਅੱਛੀ ਓਪਰਚੁਨਿਟੀ ਹੈ ਅਗਰ ਇਸ ਨੂੰ ਇਸ ਟਾਈਮ ਐਡ ਕੀਤਾ ਜਾਏ, ਬਿਕੋਜ਼ ਬਹੁਤ ਲੋ ਪ੍ਰਾਈਸ 'ਤੇ ਚੱਲ ਰਿਹਾ ਹੈ। ਇਹਨੂੰ ਡਿਸਕਾਊਂਟਡ ਪ੍ਰਾਈਸ ਆਪਾਂ ਕਹਿ ਸਕਦੇ ਹਾਂ, ਬਿਕੋਜ਼ ਕੰਪਨੀ ਅਦਰਵਾਈਜ਼ ਤੁਸੀਂ ਦੇਖੋ, ਅਗਰ ਆਪਾਂ 22 ਦੇ ਵਿੱਚ ਮੈਂ ਦੇਖਾਂ, 22 ਦੇ ਵਿੱਚ ਇਸਨੇ ਆਪਣਾ 21 ਦੇ ਵਿੱਚ ਇਸਨੇ ਇਹ ਚੱਲ ਰਿਹਾ ਸੀ $296 ਦੇ ਉੱਤੇ ਚੱਲ ਰਿਹਾ ਸੀ, ਜਿਹੜਾ ਕਿ ਉਦੋਂ ਇਸਨੇ ਗੇਨ ਕੀਤਾ ਸੀ 231% ਦਾ, 300 ਦੇ ਕਰੀਬ ਇਹ ਸਟਾਕ ਚੱਲ ਰਿਹਾ ਸੀਗਾ। ਉਸ ਤੋਂ ਬਾਅਦ ਇਸਨੇ ਡਿੱਗਣਾ ਸ਼ੁਰੂ ਕੀਤਾ। ਓਵਰਆਲ ਜਿਸ ਤਰ੍ਹਾਂ ਦਾ ਇਨਵਾਇਰਮੈਂਟ ਸੀ, ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹ ਡਿੱਗਿਆ, ਅਤੇ 22 ਦੇ ਤੱਕ ਇਹ ਸਟਾਕ $69 ਸਮਥਿੰਗ 70 ਦੇ ਉੱਤੇ ਸੀ। ਉਸ ਤੋਂ ਬਾਅਦ ਇਸਨੇ 23 ਦੇ ਵਿੱਚ ਜੋ ਸ਼ੁਰੂਆਤ ਕੀਤੀ ਆਪਣੀ $67 ਤੋਂ ਕੀਤੀ, ਅਤੇ ਉਸ ਤੋਂ ਬਾਅਦ ਡਿੱਗਦਾ ਹੀ ਚਲਾ ਗਿਆ। 51 ਦਾ ਲੋ ਲਗਾਇਆ ਹੈ। ਤਦ ਹੀ ਕਹਿੰਦੇ ਹਨ ਐਨਾਲਿਸਟ ਕਿ ਫੰਡਾਮੈਂਟਲਸ ਕੰਪਨੀ ਦੇ ਸਟਰੋਂਗ ਹਨ, ਕੰਪਨੀ ਰੈਵਨਿਊ ਵੀ ਜਨਰੇਟ ਕਰ ਰਹੀ ਹੈ, ਉਸਨੂੰ ਇਨਕਮ ਵੀ ਹੋ ਰਹੀ ਹੈ, ਫਾਇਦਾ ਵੀ ਹੋ ਰਿਹਾ ਹੈ, ਬਟ ਓਵਰਆਲ ਸਟਾਕ ਦਾ ਨਹੀਂ ਸਮਝ ਆਇਆ ਕਿ ਕਿਉਂ ਡਿੱਗਿਆ। ਬਟ ਉਹ ਕਹਿੰਦੇ ਅਗਰ ਇਹ ਡਿੱਗਿਆ ਸਟਾਕ ਤਾਂ ਇਹ ਬਾਇੰਗ ਓਪਰਚੁਨਿਟੀ ਹੈ ਮੋਸਟ ਆਫ ਆਪਣੇ ਲਈ, ਇਨਵੈਸਟਰਸ ਦੇ ਲਈ, ਟਰੇਡਰਸ ਦੇ ਲਈ, ਬਿਕੋਜ਼ ਇਸ ਤੋਂ ਨੀਚੇ ਆਈ ਥਿੰਕ ਇਹ ਵਾਪਸ ਮੁੜ ਗਿਆ ਹੋਇਆ, ਇਸ ਤੋਂ ਨੀਚੇ ਨਹੀਂ ਜਾਏਗਾ, ਕਿਉਂਕਿ $51 ਦਾ ਲੋ ਲਗਾਇਆ। ਉਸ ਤੋਂ ਬਾਅਦ ਇਸਨੇ ਫਿਰ ਅਪਵਰਡ ਜਾਣਾ ਸ਼ੁਰੂ ਕੀਤਾ। ਹੁਣ 61 ਦੇ ਉੱਤੇ ਚੱਲ ਰਿਹਾ, ਅੱਜ ਕਲੋਜ਼ ਹੋਇਆ ਸੀ, ਅਤੇ ਆਫਟਰ ਆਵਰਸ ਦੇ ਵਿੱਚ 60.94 ਦੇ ਉੱਤੇ ਸੀ। ਬਿਕੋਜ਼ ਫੰਡਾਮੈਂਟਲ ਸਟਰੋਂਗ ਹਨ, ਬਿਕੋਜ਼ ਕੰਪਨੀ ਰੈਵਨਿਊ ਜਨਰੇਟ ਕਰ ਰਹੀ ਹੈ, ਬਿਕੋਜ਼ ਓਵਰਆਲ ਜੋ ਇਨਵਾਇਰਮੈਂਟ ਹੈ, ਮੈਕਰੋ ਇਨਵਾਇਰਮੈਂਟ, ਸਪੈਸ਼ਲੀ ਜੋ ਫਾਈਨੈਂਸ਼ੀਅਲ ਸੈਕਟਰ ਹੈ ਕਹਿ ਸਕਦੇ ਹਾਂ, ਉਹ ਇੰਪਰੂਵ ਹੋ ਰਿਹਾ ਹੈ, ਅਤੇ ਇੰਟਰਸਟ ਰੇਟ ਦੇ ਵੀ ਚਾਂਸਿਸ ਹਨ ਘਟਣਗੇ, ਤਾਂ ਇਹ ਸਟਾਕ ਅੱਛਾ ਕਰੇਗਾ। ਅਤੇ ਇਹਦੇ ਵਿੱਚ ਹਾਲੇ ਗਰੋਥ ਦੀ ਸਟੇਜ ਦੇ ਵਿੱਚ ਹੈ ਕੰਪਨੀ ਇਹ। ਸੋ ਇਸ ਨੂੰ ਮੈਂ ਰਿਕਮੈਂਡੇਸ਼ਨ ਨਹੀਂ ਦੇਵਾਂਗੀ, ਬਟ ਮੈਂ ਪਰਸਨਲੀ ਬਾਏ ਕਰਨ ਦਾ ਸੋਚ ਰਹੀ ਹਾਂ ਨਾ, ਮੇਰੇ ਕੋਲ ਆਲਰੇਡੀ ਹਨ। ਅਗੇਨ ਤੁਸੀਂ ਆਪ ਫੰਡਾਮੈਂਟਲ ਚੈੱਕ ਕਰਨੇ ਹਨ, ਆਪ ਕੰਪਨੀ ਨੂੰ ਦੇਖਣਾ ਹੈ, ਆਪ ਤੁਸੀਂ ਜਾਣਨਾ ਹੈ ਕਿ ਤੁਸੀਂ ਪੇਪਾਲ ਬਾਰੇ ਕੀ ਜਾਣਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕੰਪਨੀ ਕਰੇਗੀ। ਥੋੜ੍ਹਾ ਜਿਹਾ ਇਸ 'ਤੇ ਸਾਰਾ ਇਹਦੇ
ਪੁਆਇੰਟਸ ਟੈਕਨੀਕਲ ਪੁਆਇੰਟਸ ਚੈੱਕ ਕਰਕੇ ਫੰਡਾਮੈਂਟਲਸ ਚੈੱਕ ਕਰਕੇ ਫਿਰ ਹੀ ਇਸ ਦੇ ਵਿੱਚ ਐਂਟਰੀ ਕਰਨਾ ਜਾਂ ਕਿਸੇ ਐਡਵਾਈਜ਼ਰ ਤੋਂ ਐਡਵਾਈਸ ਲੈ ਕੇ ਹੀ ਕਰਨਾ। ਬਟ ਪਰਸਨਲੀ ਮੈਨੂੰ ਅੱਛਾ ਲੱਗਦਾ ਹੈ ਸਟਾਕ। ਰੀਜ਼ਨ ਫੰਡਾਮੈਂਟਲ ਸਟਰੋਂਗ ਹਨ ਅਤੇ ਗਰੋਥ ਦੀ ਚਾਂਸਿਸ ਹਨ ਇਸ ਕੰਪਨੀ ਦੇ ਵਿੱਚ। ਇਹ ਫਿਊਚਰ ਦੇ ਵਿੱਚ ਅੱਛਾ ਹੀ ਕਰੇਗਾ ਜਦੋਂ ਓਵਰਆਲ ਸਿਚੁਏਸ਼ਨ ਜਿਹੜੀ ਰਿਕਵਰ ਹੋ ਜਾਏਗੀ, ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਸਿਚੁਏਸ਼ਨ ਇੰਪਰੂਵਡ ਹੋ ਜਾਏਗੀ। ਸੋ ਅਦਰਵਾਈਜ਼ ਤੁਸੀਂ ਦੇਖ ਸਕਦੇ ਹੋ ਲਾਸਟ ਈਅਰ ਤੋਂ ਈਵਨ 22 ਤੋਂ ਹੀ ਡਿੱਗਣਾ ਸ਼ੁਰੂ ਕੀਤਾ ਇਸਨੇ ਅਤੇ ਇਹ ਬਿਲਕੁਲ ਹੀ ਨੀਚੇ ਡਿੱਗ ਗਿਆ ਸੀ। ਬਟ ਹੁਣ ਅਗੇਨ ਰਿਕਵਰੀ 'ਤੇ ਹੈ। ਅਗਰ ਮੈਂ ਦੇਖਾਂ ਹੁਣ ਈਅਰ ਟੂ ਡੇਟ ਡਿਕਲਾਈਨ ਓਵਰਆਲ ਮਾਰਕੀਟ ਦੇ ਨਾਲ ਹੋਇਆ, ਫਿਰ ਉਸ ਤੋਂ ਬਾਅਦ ਇਹ ਵਾਪਸ 61 ਸਮਥਿੰਗ ਦੇ ਉੱਤੇ ਹੁਣ ਵਾਪਸ ਮੁੜਿਆ ਹੋਇਆ ਹੈ। ਹੁਣ ਇਸ ਤੋਂ ਬਾਅਦ ਦੇਖਣਾ ਬਣੇਗਾ ਕਿ ਕਿਵੇਂ ਦੀ ਮੂਵਮੈਂਟ ਇਹ ਕਰੇਗਾ। ਇੱਥੋਂ ਆਪਾਂ ਨੂੰ ਅਗੇਨ ਤੋਂ ਕਲੋਜ਼ਲੀ ਵਾਚ ਕਰਨੇ ਹਨ ਇਸ ਦੇ ਰਿਜ਼ਲਟਸ। ਮੈਂ ਹੁਣ ਅੱਗੇ ਕੁਛ ਹੋਰ ਇਸ ਦਾ ਡੇਟਾ ਚੈੱਕ ਕਰਦੀ ਹਾਂ ਅਤੇ ਫਿਰ ਆਪਾਂ ਦੇਖਦੇ ਹਾਂ ਕਿ ਕੀ ਕਰਨਾ ਹੈ। ਸੋ ਜਿਵੇਂ ਐਨਾਲਿਸਟ, ਜਿਵੇਂ ਮੈਂ ਪਹਿਲੇ ਮੈਂਸ਼ਨ ਕੀਤਾ ਚਾਰਟ 'ਤੇ ਜਦੋਂ ਮੈਂ ਦਿਖਾ ਰਹੀ ਸੀ ਕਿ ਵੀ ਇਹਦਾ ਰੀਜ਼ਨ ਨਹੀਂ ਪਤਾ ਚੱਲ ਰਿਹਾ ਕਿਉਂ ਡਿੱਗਿਆ ਹੈ ਸਟਾਕ, ਬਿਕੋਜ਼ ਫੰਡਾਮੈਂਟਲ ਸਟਰੋਂਗ ਹਨ, ਰੈਵਨਿਊ ਜਨਰੇਟ ਕਰ ਰਿਹਾ ਹੈ। ਸੋ ਉਹਨਾਂ ਨੇ ਬੋਲਿਆ ਮੈਕਰੋ ਹੈਡਵਿੰਡਸ ਕਰਕੇ ਹੋ ਸਕਦਾ ਹੈ ਇਸ ਦਾ ਥੋੜ੍ਹਾ ਜਿਹਾ ਸੀ ਪ੍ਰੋਬਲਮ। ਥੋੜ੍ਹਾ ਨਹੀਂ ਕਹਿ ਸਕਦੇ, ਬਹੁਤ ਪ੍ਰੋਬਲਮ ਸੀ, ਬਿਕੋਜ਼ ਆਪਣੇ ਪੀਕ ਤੋਂ 80% ਦੇ ਕਰੀਬ ਇਹਦੀ ਪ੍ਰਾਈਸ ਡਿੱਗੀ ਹੋਈ ਹੈ। ਬਟ ਫਿਰ ਵੀ ਇਸਨੇ ਰੈਵਨਿਊ ਜਨਰੇਟ ਕੀਤੀ। ਪਿਛਲੇ ਸਾਲ ਪਹਿਲੇ 9 ਮੰਥਸ, ਪਹਿਲੇ 3 ਕੁਆਰਟਰਸ ਇਹਦੇ ਵਿੱਚ 8% ਦੇ ਕਰੀਬ ਜਿਹੜਾ ਸੀ ਇਨਕਰੀਜ਼ ਹੋਇਆ ਰੈਵਨਿਊ ਦੇ ਵਿੱਚ। ਅਤੇ ਉਸ ਤੋਂ ਬਾਅਦ ਜਿਹੜਾ ਵੋਲਿਊਮ ਦਾ ਪੇਮੈਂਟ ਦਾ ਵੋਲਿਊਮ ਹੈ ਉਹ ਵੀ ਅਪ ਹੋਇਆ 15%। ਬਿਕੋਜ਼ ਮੇਨਲੀ ਤਾਂ ਇਹੀ ਹੈ ਨਾ ਕਿ ਅਗਰ ਤੁਸੀਂ ਪੇਪਾਲ ਯੂਜ਼ ਕਰਦੇ ਹੋ ਆਪਣੀ ਪੇਮੈਂਟਸ ਨੂੰ ਕਰਨ ਦੇ ਲਈ, ਤਾਂ ਜਿੰਨੀ ਤੁਸੀਂ ਯੂਜ਼ ਕਰੋਗੇ ਪਲੇਟਫਾਰਮ ਨੂੰ ਉਨਾ ਇਸ ਨੂੰ ਰੈਵਨਿਊ ਜਨਰੇਟ ਹੋਏਗਾ। ਤਾਂ 15% ਦਾ ਲੇਟੈਸਟ ਕੁਆਰਟਰ ਦੇ ਵਿੱਚ ਜਿਹੜਾ ਕਿ ਪਿਛਲੇ ਸਾਲ ਦੇ ਕੰਪੈਰੇਟਿਵਲੀ, ਉਸ ਤੋਂ ਪਿਛਲੇ ਸਾਲ 2022 ਦੇ ਕੰਪੈਰੇਟਿਵਲੀ ਸੇਮ ਕੁਆਰਟਰ ਦੇ ਵਿੱਚ ਹੁਣ ਇਹਦਾ ਜਿਹੜਾ ਵਾਧਾ ਹੋਇਆ ਸੀ ਉਸ ਕੁਆਰਟਰ 'ਚ 15% ਤੋਂ ਵੋਲਿਊਮ ਸੀ ਜਿਹੜਾ ਅਪ ਹੋਇਆ ਸੀ, ਜਿਹੜਾ ਕਿ ਬਿਜ਼ਨਸ ਦੇ ਲਈ ਅੱਛਾ ਹੀ ਹੈ। ਉਸ ਤੋਂ ਬਾਅਦ ਜਿਹੜੇ ਨਾਰਥ ਅਮਰੀਕਾ ਅਤੇ ਯੂਰਪ ਦੇ ਵਿੱਚ 1500 ਮਰਚੈਂਟਸ ਹਨ ਜਿਹੜੇ ਕਿ ਸਿਮਿਲਰ ਪੇਮੈਂਟ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੇ ਹਨ। ਉਹਨਾਂ ਦੇ ਵਿੱਚ ਪੇਪਾਲ ਸਭ ਤੋਂ ਉੱਤੇ ਚੱਲਦਾ ਹੈ, ਟੌਪ 'ਤੇ ਚੱਲ ਰਿਹਾ ਫਿਲਹਾਲ ਯੂਜ਼ ਕਰਨ ਦੇ ਲਈ ਵੀ, ਅਤੇ ਵੈਸੇ ਵੀ ਕੰਪਨੀ ਓਵਰਆਲ ਵਧੀਆ ਹੈ। ਸੋ ਉਹ ਵੀ ਇਹਨਾਂ ਨੂੰ ਇੱਕ ਪੋਜ਼ੀਟਿਵ ਇੰਡੀਕੇਸ਼ਨ ਹੈ ਕਿ ਵੀ ਇਹ ਕੰਪਨੀ ਅੱਛੀ ਹੈ, ਈਵਨ ਦੋ ਇਹਦੀ ਪ੍ਰਾਈਸ ਡਿੱਗੀ ਹੋਈ ਹੈ। ਸੋ ਇੱਕ ਬ੍ਰਾਂਡ ਹੈ, ਐਸਟੈਬਲਿਸ਼ਡ ਬ੍ਰਾਂਡ ਹੈ ਪੇਪਾਲ ਪੇਮੈਂਟ ਕਰਨ ਦੇ ਲਈ। ਉਸ ਤੋਂ ਬਾਅਦ ਅਗਰ ਆਪਾਂ ਦੇਖੀਏ ਤੇ ਇਹਦੇ ਵਿੱਚ ਵੀ ਇਹਨਾਂ ਨੇ ਇਹੀ ਕਿਹਾ ਆਰਟੀਕਲ ਦੇ ਵਿੱਚ ਕਿ ਸਾਨੂੰ ਸਮਝ ਨਹੀਂ ਆ ਰਿਹਾ ਕਿ ਵੀ ਇਹਦੇ ਵਿੱਚ ਕਿਉਂ ਸਟਾਕ ਇੰਨਾ ਡਿੱਗਿਆ। ਇਹ ਆਪਣੇ ਪੀਕ ਤੋਂ 80% ਨੀਚੇ ਚੱਲ ਰਿਹਾ ਹੈ ਅਤੇ ਹੋ ਸਕਦਾ ਕਹਿੰਦੇ ਸਲੋਇੰਗ ਗਰੋਥ ਮਾਈਟ ਡਿਜ਼ਰਵ ਦ ਬਲੇਮ, ਕਿ ਜਿਹੜੀ ਗਰੋਥ ਸਲੋ ਸੀ ਓਵਰਆਲ, ਤਾਂ ਉਹਦੇ ਕਰਕੇ ਹੋ ਸਕਦਾ ਇਹਦਾ ਜਿਹੜਾ ਸਟਾਕ ਸੀ ਡਿੱਗਿਆ ਸੀਗਾ। ਕੰਪਨੀ ਸਟਿਲ ਈਵਨ ਦੋ ਸਟਾਕ ਡਿੱਗਿਆ ਹੈ, ਕੰਪਨੀ ਦੀ ਵੈਲਿਊਏਸ਼ਨ ਘਟੀ ਹੈ, ਬਟ ਸਟਿਲ ਸਟਾਕ ਕੰਪਨੀ ਅੱਛਾ ਕਰ ਰਹੀ ਹੈ ਬਿਕੋਜ਼ ਉਹਦੇ 'ਚ ਸੋਲਿਡ ਗੇਨ ਹੋਇਆ ਹੈ। ਸੋ ਉਸ ਤੋਂ ਬਾਅਦ ਅਗਰ ਆਪਾਂ ਦੇਖੀਏ ਪੇਪਾਲ ਈਜ਼ੀਲੀ ਲੁਕਸ ਲਾਈਕ ਦ ਬੈਟਰ ਸਟਾਕ ਟੂ ਬਾਈ ਐਂਡ ਹੋਲਡ ਫॉर ਦ ਲੌਂਗ ਟਰਮ। ਸੋ ਆਪਾਂ ਕਹਿ ਸਕਦੇ ਹਾਂ ਕਿ ਭਾਵੇਂ ਸਟਾਕ ਡਿੱਗਿਆ ਹੋਇਆ ਹੈ ਬਟ ਫੰਡਾਮੈਂਟਲ ਸਹੀ ਹਨ, ਰੈਵਨਿਊ ਜਨਰੇਟ ਕਰ ਰਿਹਾ ਹੈ ਅਤੇ ਆਪਾਂ ਨੂੰ ਪਤਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਹੀ ਕੰਜ਼ਿਊਮਰ ਇਸ ਨੂੰ ਯੂਜ਼ ਕਰਦਾ ਰਹੇਗਾ ਐਜ਼ ਅ ਪੇਮੈਂਟ ਪਲੇਟਫਾਰਮ। ਸੋ ਇਹ ਬਾਇੰਗ ਹੋ ਸਕਦੀ ਹੈ। ਤੁਹਾਨੂੰ ਰਿਕਮੈਂਡੇਸ਼ਨ ਨਹੀਂ ਮੈਂ ਦੇਵਾਂਗੀ, ਬਟ ਸਟਿਲ ਆਪਣੇ ਲਈ ਮੈਂ ਸੋਚ ਸਕਦੀ ਹਾਂ ਕਿ ਮੈਂ ਅਗਰ ਮੇਰੇ ਕੋਲ ਆਲਰੇਡੀ ਸ਼ੇਅਰਸ ਹਨ ਤਾਂ ਮੈਨੂੰ ਇਸ ਪ੍ਰਾਈਸ 'ਤੇ ਹੋਰ ਐਡ ਕਰਨੇ ਚਾਹੀਦੇ ਹਨ, ਬਿਕੋਜ਼ ਮੈਨੂੰ ਪਤਾ ਹੈ ਇੱਕ ਬਹੁਤ ਹੀ ਡਿਸਕਾਊਂਟਡ ਪ੍ਰਾਈਸ ਦੇ ਉੱਤੇ ਇਹ ਸਟਾਕ ਚੱਲ ਰਿਹਾ ਹੋਇਆ ਹੈ। ਸੋ ਹੋਪਫੁਲੀ ਤੁਹਾਨੂੰ ਇਸ ਤੋਂ ਥੋੜ੍ਹਾ ਬਹੁਤ ਅੰਦਾਜ਼ਾ ਹੋ ਗਿਆ ਹੋਏਗਾ, ਭਾਵੇਂ ਲੂਜ਼ਰ ਸਟਾਕ ਹੈ ਬਟ ਸਟਿਲ ਆਪਾਂ ਨੂੰ ਅਗਰ ਲੱਗਦਾ ਕਿ ਫੰਡਾਮੈਂਟਲ ਸਹੀ ਹਨ, ਵੈਸੇ ਕੰਪਨੀ ਦੀ ਪਰਫੋਰਮੈਂਸ ਅੱਛੀ ਚੱਲ ਰਹੀ ਹੈ, ਤਾਂ ਤੁਸੀਂ ਸੋਚ ਸਕਦੇ ਹੋ ਕਿ ਰੀਜ਼ਨ ਕੋਈ ਵੀ ਹੋਵੇ ਸਟਾਕ ਡਿੱਗਣ ਦਾ, ਉਹ ਸਟਾਕ ਵਾਪਸ ਖੜਾ ਹੋਏਗਾ, ਮੀਨਸ ਉਹ ਰੀਬਾਊਂਸ ਕਰੇਗਾ ਸਟਾਕ। ਸੋ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਕਈ ਵਾਰ ਧਿਆਨ 'ਚ ਰੱਖਣਾ ਪੈਂਦਾ ਹੈ ਕਿ ਕੋਈ ਕੰਪਨੀ ਇੰਨਾ ਅੱਛਾ ਕਰਨ ਦੇ ਬਾਵਜੂਦ ਵੀ ਕਿਉਂ ਡਿੱਗ ਰਿਹਾ ਸਟਾਕ ਉਸਦਾ। ਤਾਂ ਅਗਰ ਆਪਾਂ ਨੂੰ ਉਹ ਚੀਜ਼ ਪਤਾ ਚੱਲ ਜਾਂਦੀ ਹੈ ਜਾਂ ਫਿਰ ਆਪਾਂ ਨੂੰ ਇਹ ਲੱਗਦਾ ਹੈ ਕਿ ਕੌਨਫੀਡੈਂਸ ਹੁੰਦਾ ਕਿਸੇ ਸਟਾਕ ਦੇ ਵਿੱਚ, ਉਹਦੇ ਬਹੁਤ ਸਾਰੇ ਫੈਕਟਰਸ ਹੁੰਦੇ ਹਨ ਕੌਨਫੀਡੈਂਸ ਦੇ, ਤਾਂ ਆਪਾਂ ਨੂੰ ਜ਼ਰੂਰ ਇਸ ਤਰ੍ਹਾਂ ਦੇ ਸਟਾਕ ਦੇ ਵਿੱਚ ਐਂਟਰੀ ਕਰਨੀ ਚਾਹੀਦੀ ਹੈ, ਬਿਕੋਜ਼ ਉਹ ਇੱਕ ਓਪਰਚੁਨਿਟੀ ਹੁੰਦੀ ਹੈ ਤੁਹਾਨੂੰ ਜਿਹੜੀ ਮਿਲਦੀ ਹੈ। ਆਪਾਂ ਇਹਦਾ ਪਾਸਟ ਟ੍ਰੈਂਡ ਦੇਖ ਹੀ ਸਕਦੇ ਹਾਂ ਕਿ ਕਿੰਨਾ ਇਹ 300 ਦੇ ਕਰੀਬ ਦਾ ਸਟਾਕ ਲਗਾ ਕੇ ਆਇਆ ਹੋਇਆ ਹੈ ਅਤੇ ਇਸ ਟਾਈਮ ਕਿੰਨਾ ਹੈ 60 ਸਮਥਿੰਗ ਦੇ ਉੱਤੇ। ਸੋ ਇਮੈਜਿਨ ਕਰੋ $300 ਦਾ ਸਟਾਕ ਅਤੇ ਇੱਕ ਪਾਸੇ 61 ਔਰ $60 ਦਾ ਸਟਾਕ। ਸੋ ਤੁਹਾਡੇ ਲਈ ਇੱਕ ਓਪਰਚੁਨਿਟੀ ਹੀ ਹੋ ਸਕਦੀ ਹੈ, ਮੇਰੇ ਲਈ ਇੱਕ ਓਪਰਚੁਨਿਟੀ ਹੀ ਹੋ ਸਕਦੀ ਹੈ। ਸੋ
ਥੋੜ੍ਹਾ ਜਿਹਾ ਬੋਨਸ, ਵੈਸੇ ਆਪਾਂ ਨੇ ਇਸ ਵੀਡੀਓ ਦੇ ਵਿੱਚ ਇਹਨੂੰ ਡਿਸਕਸ ਨਹੀਂ ਕਰਨਾ ਸੀ ਟੌਪਿਕ ਨੂੰ, ਬਟ ਮੈਨੂੰ ਲੱਗਿਆ ਥੋੜ੍ਹਾ ਐਜ਼ ਅ ਬੋਨਸ ਤੁਹਾਨੂੰ ਥੋੜ੍ਹਾ ਜਿਹਾ ਇੰਡੀਕੇਸ਼ਨ ਦੇ ਦੇਵਾਂ ਕਿ ਆਪਾਂ ਵੈਸੇ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਇਹਦੇ ਉੱਤੇ। ਅੱਜ ਦੀ ਜੋ ਨਿਊਜ਼ ਸੀਗੀ, ਜੋ ਕੱਲ੍ਹ ਦੀ ਨਿਊਜ਼ ਸੀਗੀ, ਕੱਲ੍ਹ ਤੋਂ ਅੱਜ ਤੱਕ ਕਹਿ ਸਕਦੇ ਹਾਂ 2 ਦਿਨ ਦੀ ਟ੍ਰੇਡਿੰਗ ਪਿਛਲੇ, ਉਹਦੇ ਵਿੱਚ ਜਿਹੜਾ ਮਾਈਕਰੋਸਾਫਟ ਹੈ ਉਸ ਦੀ ਜੋ ਕੈਪੀਟਲ ਹੈ ਉਹ ਉਸਨੇ ਐਪਲ ਨੂੰ ਬੀਟ ਕੀਤਾ ਉਹਦੇ ਵਿੱਚ, ਬਿਕੋਜ਼ ਐਪਲ ਟੌਪ 'ਤੇ ਚੱਲ ਰਿਹਾ ਸੀਗਾ, ਬਟ ਬਿਕੋਜ਼ ਐਪਲ ਦੀ ਪ੍ਰਾਈਸ ਥੋੜ੍ਹੇ ਦਿਨ ਤੋਂ ਡਿੱਗ ਰਹੀ ਸੀ, ਉਹਦੇ ਕਾਰਨ ਤੁਹਾਨੂੰ ਪਤਾ ਆਈਫੋਨ ਦੀ ਜੋ ਸੇਲ ਦੇ ਵਿੱਚ ਸਲੋ ਡਾਊਨ ਹੋ ਰਹੀ ਹੈ, ਉਹਦੇ ਕਰਕੇ ਉਸ ਦੀ ਸਟਾਕ ਪ੍ਰਾਈਸ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਸੋ ਐਟ ਦ ਸੇਮ ਟਾਈਮ ਮਾਈਕਰੋਸਾਫਟ ਹੈ ਉਸ ਦੀ ਪ੍ਰਾਈਸ ਗੇਨ ਹੋਈ ਹੈ ਸਟਾਕ ਦੀ, ਉਹਦੇ ਕਾਫੀ ਪੋਜ਼ੀਟਿਵ, ਉਹਦੇ ਕਾਫੀ ਸਾਰੇ ਰੀਜ਼ਨਸ ਹਨ। ਸਭ ਤੋਂ ਜ਼ਿਆਦਾ ਵੱਡਾ ਰੀਜ਼ਨ ਹੈ AI ਦੇ ਵਿੱਚ ਉਹਦਾ ਸੋਲਿਡ ਜੋ ਇੱਕ ਉਹਦਾ ਰੋਡ ਮੈਪ ਬਣਿਆ ਹੋਇਆ ਆਲਰੇਡੀ, ਕਿ ਉਹਨੂੰ ਪਤਾ ਹੈ ਕਿ ਉਸਨੇ AI ਦੇ ਵਿੱਚ ਕੀ ਕੀਤਾ ਹੈ ਅਤੇ ਅੱਗੇ ਕੀ ਕਰਨਾ ਹੈ। ਮੀਨਸ ਉਹਦੇ ਕੋਲ ਇੱਕ ਪੂਰਾ ਕਹਿ ਲਓ ਪਲੈਨੋਗ੍ਰਾਮ ਹੈ, ਪਲਾਨ ਬਣਿਆ ਹੋਇਆ ਉਸਨੇ ਕੀ ਕਰਨਾ, ਬਟ ਐਪਲ ਕੋਲ ਐਟ ਦਾ ਮੂਮੈਂਟ ਕੁਛ ਜ਼ਿਆਦਾ ਖਾਸ ਨਹੀਂ ਹੈ। ਇਸ ਕਰਕੇ ਇਹ ਜਿਹੜੀ ਬ੍ਰੇਕਿੰਗ ਨਿਊਜ਼ ਸੀ ਕਿ ਬਈ ਜਿਹੜਾ ਮਾਈਕਰੋਸਾਫਟ ਹੈ ਉਹ ਐਪਲ ਨੂੰ ਓਵਰਟੇਕ ਕਰ ਰਿਹਾ ਹੈ ਵੈਨ ਇਟ ਕਮਸ ਟੂ ਮਾਰਕੀਟ ਕੈਪ। ਸੋ ਮਾਰਕੀਟ ਕੈਪ ਹੈ ਜੋ ਮਾਈਕਰੋਸਾਫਟ ਦੀ ਲਿਟਲ ਬਿਟ ਇਸ ਤੋਂ ਵਧੀ ਹੈ, ਜਿਹਦੇ ਵਿੱਚ ਅਗਰ ਆਪਾਂ ਦੇਖੀਏ ਇਹਦੇ ਵਿੱਚ ਬਿਕੋਜ਼ ਜਿਹੜਾ ਸਟਾਕ ਹੈ ਮਾਈਕਰੋਸਾਫਟ ਦਾ ਉਹ $388.47 ਦੇ ਉੱਤੇ ਅੱਜ ਕਲੋਜ਼ ਹੋਇਆ ਸੀ, ਅਤੇ ਜਿਹੜਾ ਐਪਲ ਦਾ ਸਟਾਕ ਸੀ $186 ਐਂਡ ਸਮਥਿੰਗ ਦੇ ਉੱਤੇ ਸੀਗਾ। ਉਸ ਦੇ ਕਰਕੇ ਭਾਵੇਂ ਥੋੜ੍ਹਾ ਜਿਹਾ ਗੇਨ ਕੀਤਾ ਅੱਜ ਐਪਲ ਨੇ ਥੋੜ੍ਹੇ ਦਿਨਾਂ ਬਾਅਦ, ਬਟ ਸਟਿਲ ਜਿਹੜੀ ਇਹਦੀ ਮਾਰਕੀਟ ਕੈਪ ਹੈ, ਮਾਰਕੀਟ ਕੈਪੀਟਲ ਹੈ ਐਪਲ ਦੀ, ਉਹ $2.87 ਟ੍ਰਿਲੀਅਨ, ਅਤੇ ਜਿਹੜੀ ਹੈਗੀ ਹੈ ਆਪਣੀ ਮਾਈਕਰੋਸਾਫਟ ਦੀ ਉਹ ਹੈ $2.89 ਟ੍ਰਿਲੀਅਨ। ਸੋ ਉਸਨੇ ਇਸ ਨੂੰ ਲਿਟਲ ਬਿਟ ਓਵਰਟੇਕ ਕਰ ਲਿਆ ਹੋਇਆ ਹੈ, ਤੁਸੀਂ ਦੇਖ ਸਕਦੇ ਹੋ। ਸੋ ਇਹ ਬ੍ਰੇਕਿੰਗ ਨਿਊਜ਼ ਸੀ, ਬਟ ਇਹਦੇ ਉੱਤੇ ਆਪਾਂ ਫੁੱਲ ਫਲੈਸ਼ਡ ਕਿਸੇ ਦਿਨ ਵੀਡੀਓ ਬਣਾਵਾਂਗੇ ਅਤੇ ਇਸ ਨੂੰ ਪੂਰੀ ਤਰ੍ਹਾਂ ਡਿਸਕਸ ਕਰਾਂਗੇ, ਬਟ ਫਿਲਹਾਲ ਇੰਨਾ ਹੀ ਮੈਨੂੰ ਲੱਗਦਾ ਹੈ ਅੱਜ ਆਪਾਂ ਨੂੰ ਵੀਡੀਓ ਨੂੰ ਇੱਥੇ ਹੀ ਰੈਪ ਕਰ ਦੇਣਾ ਚਾਹੀਦਾ ਹੈ। ਹੋਪਫੁਲੀ ਤੁਹਾਨੂੰ ਕੋਇਨਬੇਸ, ਪੇਪਾਲ ਅਤੇ ਰੋਬਿਨਹੁੱਡ ਦਾ ਥੋੜ੍ਹਾ ਬਹੁਤ ਆਈਡੀਆ ਹੋ ਗਿਆ ਹੋਏਗਾ। ਉਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਵੀ ਪੇਪਾਲ ਹੈ ਜਿਹੜਾ ਕਿ ਉਹ ਬਹੁਤ ਹੀ ਸਟਰੋਂਗ ਸਟਾਕ ਹੋ ਸਕਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ, ਅਤੇ ਉਸ ਤੋਂ ਬਾਅਦ ਹੋ ਸਕਦਾ ਹੈ ਕੋਇਨਬੇਸ ਨੂੰ ਮੈਂ ਨੰਬਰ 2 'ਤੇ ਕਹਿ ਸਕਦੀ ਹਾਂ, ਅਗਰ ਉਸ ਦੇ ਬਾਕੀ ਹਰਡਲਸ ਜਿਹੜੀਆਂ ਸਾਰੀਆਂ ਕਲੀਅਰ ਹੋ ਜਾਂਦੀਆਂ ਹਨ ਅਤੇ ਉਹ ਅੱਛਾ ਕਰ ਸਕਦਾ ਹੈ ਸਟਾਕ, ਬਿਕੋਜ਼ ਉਸਨੇ ਪਾਸਟ ਵਿੱਚ ਬੜਾ ਅੱਛਾ ਦਿੱਤਾ ਹੈ ਕੋਇਨਬੇਸ ਨੇ। ਉਸ ਤੋਂ ਬਾਅਦ ਰੋਬਿਨਹੁੱਡ ਹੈ, ਰੋਬਿਨਹੁੱਡ ਸਮੌਲ ਕੰਪਨੀ ਹੈ, ਕੈਪੀਟਲ ਸਮੌਲ ਹੈ, ਬਟ ਉਸ ਦੇ ਪਲੈਨਸ ਹਨ ਵੱਡੇ, ਅਗਰ ਉਹ ਹੋਰ ਕੰਟਰੀਜ਼ ਦੇ ਵਿੱਚ ਐਕਸਪੈਂਡ ਕਰ ਲੈਂਦਾ ਆਪਣਾ ਬਿਜ਼ਨਸ, ਆਪਣੀ ਐਪਲੀਕੇਸ਼ਨ ਨੂੰ ਲਾਂਚ ਕਰ ਲੈਂਦਾ ਹੈ ਅਤੇ ਸਕਸੈਸਫੁਲੀ ਟ੍ਰੇਡ ਕਰਨਾ ਸ਼ੁਰੂ ਕਰ ਦਿੰਦੇ ਹਨ ਟ੍ਰੇਡਰਸ ਉਸ ਦੇ ਪਲੇਟਫਾਰਮ ਤੋਂ, ਤਾਂ ਉਹ ਸਟਾਕ ਵੀ ਇੱਕ ਚੀਪ ਸਟਾਕ, ਆਈ ਮੀਨ ਵੈਨ ਇਟ ਕਮਸ ਟੂ ਦ ਪ੍ਰਾਈਸ, ਆਈ ਮੀਨ ਛੋਟੀ ਪ੍ਰਾਈਸ ਦਾ ਸਟਾਕ ਹੋ ਸਕਦਾ ਹੈ, ਜਿਹਦੇ ਵਿੱਚ ਈਜ਼ੀ ਐਂਟਰੀ ਹੋ ਸਕਦੀ ਹੈ। ਮੀਨਸ ਆਪਾਂ ਨੂੰ ਰਿਟੇਲ ਇਨਵੈਸਟਰਸ ਨੂੰ ਬਾਏ ਕਰਨਾ ਸੌਖਾ ਰਹਿੰਦਾ ਹੈ, ਬਟ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਅੱਗੇ ਜਾ ਕੇ ਕੀ ਕਰੇਗਾ। ਸੋ ਸਭ ਤੋਂ ਉੱਤੇ ਮੈਂ ਪੇਪਾਲ ਹੀ ਰੱਖਾਂਗੀ। ਤੁਸੀਂ ਦੇਖਿਆ ਹੋਣਾ ਕਿ ਅੱਜ ਦੀ ਜੋ ਆਪਣੇ 3 ਆਪਾਂ ਸਟਾਕ ਕਵਰ ਕੀਤੇ ਹਨ, ਤਿੰਨੇ ਮੋਸਟਲੀ ਜਿੱਦਾਂ ਕਹਿ ਲਓ ਇਹਨਾਂ ਨੇ ਕਾਫੀ ਜ਼ਿਆਦਾ ਸਿਚੁਏਸ਼ਨ ਇਹਨਾਂ ਦੀ ਡਾਮਾਡੋਲ ਜੀ ਰਹੀ ਹੈ, ਡਿਕਲਾਈਨ ਹੋਇਆ ਸਟਾਕ, ਫਿਰ ਇਹਨਾਂ ਨੇ ਗੇਨ ਕੀਤਾ। ਮੀਨਸ ਜਿੱਦਾਂ ਆਪਾਂ ਪਿਛਲੇ ਸਟਾਕ ਮੇਜਰ ਸਟਾਕ ਕਰਦੇ ਹਾਂ ਕੀਤੇ ਸੀ ਕਵਰ, ਉਸ ਤੋਂ ਬਾਅਦ ਆਪਾਂ ਉਸ ਤੋਂ ਨੈਕਸਟ ਵੀਡੀਓ ਬਣਾਈ ਸੀ, ਉਹਦੇ ਵਿੱਚ ਆਪਾਂ ਕੁਝ ਸਟਾਕ ਕਵਰ ਕੀਤੇ ਸੀਗੇ, ਉਹਨਾਂ ਦੇ ਕੰਪੈਰੇਟਿਵਲੀ ਇਹ 3 ਸਟਾਕ ਨਾ ਇੰਨੇ ਗ੍ਰੇਟ ਨਹੀਂ ਰਹੇ, ਬਟ ਫਿਰ ਵੀ ਆਪਾਂ ਨੂੰ ਪਤਾ ਹੈ ਕਿ ਵੀ ਇਹਦੇ ਵਿੱਚ ਵੀ ਆਪਾਂ ਰੈਂਕਿੰਗ ਕਰ ਸਕਦੇ ਹਾਂ। ਆਪਾਂ ਜਿੱਦਾਂ ਪੇਪਾਲ ਮੈਂ ਉੱਤੇ ਪਾਵਾਂਗੀ, ਫਿਰ ਕੋਇਨਬੇਸ ਨੂੰ ਪਾਵਾਂਗੀ, ਉਸ ਤੋਂ ਬਾਅਦ ਰੋਬਿਨਹੁੱਡ ਨੂੰ ਪਾਵਾਂਗੀ, ਬਟ ਅਗੇਨ ਮੈਂ ਗਲਤ ਵੀ ਹੋ ਸਕਦੀ ਹਾਂ, ਮੇਰਾ ਪਰਸਨਲ ਓਪੀਨੀਅਨ ਹੈ, ਮੇਰਾ ਪਰਸਨਲ ਐਕਸਪੀਰੀਅੰਸ ਹੈ, ਇਸ ਤਰੀਕੇ ਨਾਲ ਮੈਂ ਸਟਾਕਸ ਨੂੰ ਦੇਖਦੀ ਹਾਂ ਆਪਣੇ, ਬਿਕੋਜ਼ ਮੈਂ ਇਹਨਾਂ ਨੂੰ ਮੈਂ ਪ੍ਰੈਕਟੀਕਲ ਕੀਤਾ ਹੋਇਆ ਇਹਨਾਂ ਦੇ ਉੱਤੇ, ਬਟ ਮੈਂ ਆਈ ਐਮ ਨਾਟ ਐਨ ਐਕਸਪਰਟ ਇਨ ਦੈਟ ਵੇ, ਕਿਉਂਕਿ ਬਹੁਤ ਸਾਰੇ ਐਕਸਪੀਰੀਅੰਸਡ ਲੋਕ ਹਨ, ਐਨਾਲਿਸਟ ਹਨ, ਮਾਰਕੀਟ ਐਕਸਪਰਟਸ ਹਨ, ਜਿਹੜੇ ਕਿ ਬੈਟਰ ਦੱਸ ਸਕਦੇ ਹਨ ਮੇਰੇ ਤੋਂ, ਜਾਂ ਫਿਰ ਆਪਾਂ ਤੁਸੀਂ ਸਟੱਡੀ ਕਰ ਸਕਦੇ ਹੋ, ਤੁਹਾਨੂੰ ਹੋ ਸਕਦਾ ਮੇਰੇ ਤੋਂ ਜ਼ਿਆਦਾ ਪਤਾ ਹੋਏ, ਬਟ ਅਗੇਨ ਰਿਕਮੈਂਡੇਸ਼ਨ ਕੋਈ ਨਹੀਂ ਹੈ, ਤੁਸੀਂ ਪਰ ਵਾਚ ਕਰ ਸਕਦੇ ਹੋ ਇਹਨਾਂ ਸਟਾਕਸ ਨੂੰ, ਬਟ ਉਹ ਮੇਰਾ ਪਰਸਨਲ ਹੈ ਕਿ ਮੈਂ ਇਸ ਨੂੰ ਇਸ ਰੈਂਕਿੰਗ ਨਾਲ ਦੇਖਦੀ ਹਾਂ ਕਿ ਮੈਂ ਪੇਪਾਲ ਪਹਿਲੇ ਪਾਇਆ, ਕੋਇਨਬੇਸ ਸੈਕਿੰਡ 'ਤੇ ਪਾਇਆ, ਦੈਨ ਮੈਂ ਹੁੱਡ ਨੂੰ ਪਾਇਆ ਬੇਸਡ ਔਨ ਦਿਸ ਵੀਡੀਓ ਓਨਲੀ। ਬਟ ਅਗਰ ਮੈਂ ਜ਼ਿਆਦਾ ਸਟਾਕਸ ਨੂੰ ਐਨਾਲਾਈਜ਼ ਕਰਾਂਗੀ, ਹੋ ਸਕਦਾ ਇਹ ਜਿਹੜਾ ਦਾ ਨੰਬਰਿੰਗ ਉਹ ਡਿਫਰੈਂਟ ਹੋ ਜਾਏ, ਇਹਦਾ ਜੋ ਰੈਂਕਿੰਗ ਹੈ ਡਿਫਰੈਂਟ ਹੋ ਜਾਏ, ਬਟ ਸਟਿਲ ਜਸਟ ਬੇਸਡ ਔਨ ਦਿਸ ਵੀਡੀਓ ਆਈ ਵਾਜ਼ ਥਿੰਕਿੰਗ ਆਫ ਕਿ ਮੈਂ ਇਹਨੂੰ ਇਸ ਤਰੀਕੇ ਨਾਲ ਬੋਲ ਸਕਦੀ ਹਾਂ ਕਿ ਇਸ ਵੀਡੀਓ ਦੇ ਵਿੱਚੋਂ ਇਹ 3 ਸਟਾਕ ਕਿਸ ਰੈਂਕ 'ਤੇ ਹੋਣੇ ਚਾਹੀਦੇ ਹਨ, ਕਿਸ ਤਰ੍ਹਾਂ ਆਪਾਂ ਇਹਦੀ ਨੰਬਰਿੰਗ ਕਰ ਸਕਦੇ ਹਾਂ। ਸੋ ਆਈ ਵੁੱਡ ਸੇ ਥੈਂਕ ਯੂ ਸੋ ਮਚ, ਐਂਡ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਐਂਡ ਆਲ ਸੀ ਯੂ ਇਨ ਦ ਨੈਕਸਟ ਵਨ। ਥੈਂਕ ਯੂ।